ਨੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੋ ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਦੋਹਰਾ। ਮੋਹ ਪੂਤਨਾ ਮਨ ਲਗਿਓ ਕਿਤੇ ਉਪਾਏ ਨਾ ਜਾਏ। ਮੰਤਰ ਸਤਿਗੁਰ ਸ਼ਬਦ ਤੇ ਕਰ ਅਭਿਆਸ ਨਸਾਏ। ਮੋਹ ਪੂਤਨਾ ਮਨ ਲਗਿਓ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ
ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਸੁਖ ਨਿਧਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਜਗਤ ਨੂੰ ਤਾਰਦੇ ਹੋਏ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਹੈ। ਭਾਈ ਲਹਿਣਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਬਣਾ ਕੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਉਪਰੰਤ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਵਿਚਰ ਰਹੇ ਹੈ। ਹਿੰਦੂ ਮੁਸਲਮਾਨ ਗੁਰੂ ਕੇ ਪਿਆਰੇ ਸਿੱਖ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਹਰ ਵਰਨ ਹਰ ਜਾਤ ਹਰ ਵਰਗ ਦਾ ਮਨੁੱਖ ਆ ਕੇ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ ਵਿੱਚ ਝੁਕ ਰਿਹਾ ਹੈ। ਕੱਲ੍ਹ ਆਪ ਜੀ ਨੇ ਸਾਧ ਸੰਗਤ ਜੀ ਇੱਥੋਂ ਤੱਕ ਕਥਾ ਸਰਵਣ ਕੀਤੀ ਸੀਗੀ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਮਨੁੱਖ ਨੂੰ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਹੈ, ਬਖਸ਼ਿਸ਼ ਕੀਤੀ ਹੈ। ਕਿਸ ਤਰੀਕੇ ਦੇ ਨਾਲ ਇਹ ਮਨੁੱਖਾ ਜਨਮ ਮਨੁੱਖਾ ਸਰੀਰ ਸਫਲਾ ਹੋ ਸਕਦਾ ਹੈ, ਇਹਦੇ ਬਾਰੇ ਮਹਾਰਾਜ ਗਰੀਬ ਨਵਾਜ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਜੀ। ਉਂਝ ਸਰੀਰ ਨੇ ਸਵਾਹ ਹੋ ਜਾਣਾ, ਮੁੱਖ ਤਾਂ ਮਨੁੱਖ ਦੀ ਆਤਮਾ ਹੈ। ਆਤਮਾ ਦਾ ਵੀ ਭਲਾ ਹੋਵੇ ਅਤੇ ਸਰੀਰ ਦਾ ਵੀ ਭਲਾ ਹੋਵੇ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਵਿੱਚ ਵੀ ਐਸੀ ਬੇਅੰਤ ਥਾਵਾਂ 'ਤੇ ਸਿੱਖਿਆ ਦਿੱਤੀ ਹੈ। ਆਤਮਾ ਭਜਨ ਕਰਕੇ ਸਿਮਰਨ ਕਰਕੇ ਸਫਲੀ ਹੁੰਦੀ ਹੈ। ਸਰੀਰ ਜਿਹੜਾ ਹੈ ਇਹ ਵੀ ਨਾਮ ਜਪ ਕੇ ਸਫਲ ਹੁੰਦਾ ਹੈ। ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਜਦੋਂ ਕੋਈ ਪਿਆਰਾ ਆਪਣੇ ਸਰੀਰ ਰਾਹੀਂ ਰਸਨਾ ਰਾਹੀਂ ਵਾਹਿਗੁਰੂ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ, ਉਹਦਾ ਮਨ ਵੀ ਅਤੇ ਤਨ ਵੀ ਸਫਲਾ ਹੁੰਦਾ ਹੈ। ਸੋ ਮਹਾਰਾਜ ਜੀ ਨੇ ਸਰੀਰ ਕਿਵੇਂ ਸਫਲਾ ਹੋਵੇ ਇਹਦੇ ਬਾਰੇ ਵੀ ਦੱਸਿਆ, ਆਤਮਾ ਕਿਵੇਂ ਸਫਲੀ ਹੋਏਗੀ ਇਹਦੇ ਬਾਰੇ ਵੀ ਦੱਸਿਆ ਜੀ। ਦੋਵਾਂ ਨੂੰ ਸਫਲਿਆਂ ਕਰਨ ਵਾਲਾ ਵਾਹਿਗੁਰੂ ਜੀ ਦਾ ਨਾਮ ਹੀ ਹੈ। ਸੋ ਮਹਾਰਾਜ ਗਰੀਬ ਨਵਾਜ ਜੀ ਨੇ ਮਨੁੱਖ ਦੀਆਂ 3 ਅਵਸਥਾਵਾਂ, ਬਚਪਨ ਵਿੱਚ ਕਿਹੜੇ ਕਿਹੜੇ ਦੁੱਖ ਨੇ, ਫਿਰ ਜਵਾਨੀ 'ਚ ਕਿਹੜਾ ਵੱਡਾ ਦੁੱਖ ਹੈ, ਬੁਢੇਪੇ ਵਿੱਚ ਕਿਹੜਾ ਵੱਡਾ ਦੁੱਖ ਹੈ, ਇਹ ਕਿਵੇਂ ਦੂਰ ਹੋਊ, ਇਹ ਸਾਰਾ ਕੁਝ ਮਹਾਰਾਜ ਨੇ ਦੱਸਿਆ। ਬਾਲ ਜਵਾਨੀ ਅਤੇ ਬਿਰਧ ਅਵਸਥਾ ਜੇ ਸਾਡੇ ਕੋਲ ਗਿਆਨ ਨਹੀਂ ਹੈ, ਨਾਮ ਨਹੀਂ ਨਾ ਜੀ ਜਪਿਆ, ਅਤੇ ਸਾਧ ਸੰਗਤ ਜੀ ਇਹ ਤਿੰਨੋਂ ਹੀ ਵਿਅਰਥ ਹਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਸਫਲਾ ਤਾਂ ਹੀ ਸਾਰਾ ਕੁਝ ਹੋਏਗਾ ਜੇ ਸਤ ਸੰਗਤ ਕਰਹੋ ਸਪ੍ਰੀਤੀ ਇਤ ਉਤ ਸੋ ਨਿਰਵਾਹੇ ਹੈ ਨੀਤੀ। ਮਹਾਰਾਜ ਕਹਿਣ ਲੱਗੇ ਜਿਹੜਾ ਸਤਸੰਗ ਨਾਲ ਪ੍ਰੀਤ ਕਰੇਗਾ, ਸਤਸੰਗ ਦੇ ਨਾਲ ਪ੍ਰੀਤ ਕਰਕੇ ਸਤਸੰਗ ਵਿੱਚ ਸੁਣਾਏ ਜਾ ਰਹੇ ਸ੍ਰੇਸ਼ਟ ਬਚਨਾਂ ਨੂੰ ਸੁਣੇਗਾ, ਸੁਣ ਕੇ ਧਾਰਨ ਕਰੇਗਾ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਭਾਈ ਐਸਾ ਮਨੁੱਖ ਆਪ ਵੀ ਮੁਕਤ ਹੋਏਗਾ, ਹਜ਼ਾਰਾਂ ਹੋਰਨਾਂ ਨੂੰ ਮੁਕਤ ਕਰੇਗਾ ਜੀ। ਆਪ ਮੁਕਤ ਕਰੇ ਸੰਸਾਰ। ਸੋ ਮਹਾਰਾਜ ਗਰੀਬ ਨਵਾਜ ਜੀ ਨੇ ਇਹ ਉਪਦੇਸ਼ ਦਿੱਤਾ ਕਿਵੇਂ ਮਨੁੱਖਾ ਜਨਮ ਦਾ ਭਲਾ ਹੋਵੇ। ਗੁਰੂ ਸਾਹਿਬ ਕਿਰਪਾ ਕਰਨ। ਸੰਗਤ ਜੀ ਸਾਡੇ ਸਾਰਿਆਂ ਦੇ ਭਲੇ ਵਾਲੀ ਗੱਲ ਹੈ। ਗੁਰੂ ਜੀ ਦਾ ਉਪਦੇਸ਼ ਅਸੀਂ ਆਪਣੇ ਭਲੇ ਜਾਣ ਕੇ ਸਰਵਣ ਕਰਨਾ ਵੀ ਸਾਡਾ ਭਲਾ ਹੈ ਇਹਦੇ ਵਿੱਚ, ਅਤੇ ਜੇ ਬੰਦਾ ਚੱਲ ਜਾਵੇ ਤਾਂ ਹੋਰ ਭਲਾ ਜੀ। ਇਹਨਾਂ ਉਪਦੇਸ਼ਾਂ ਉੱਪਰ ਚੱਲੇ ਹੋਰ ਭਲਾ ਹੈ ਜੀ। ਇਹ ਆਪਣੇ ਵਾਸਤੇ ਜਾਣਨਾ। ਮੇਰੇ ਵਰਗਾ ਪੋਥੀ ਵੀ ਤਾਂ ਪੜ੍ਹਦਾ ਹੈ ਸੰਗਤ ਨੂੰ ਸੁਣਾਉਣਾ ਹੋਵੇ, ਪਰ ਸੰਗਤ ਜੀ ਇਹ ਸਾਡੇ ਭਲੇ ਦਾ ਕਾਰਜ ਹੈ। ਆਪਣੇ ਭਲੇ ਵਾਸਤੇ ਵਾਹਿਗੁਰੂ ਜੀ ਦੇ ਨਾਮ ਨੂੰ ਜਾਣਨਾ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਫਿਰ ਕਹੋ ਜੀ ਵਾਹਿਗੁਰੂ ਵਾਹਿਗੁਰੂ। ਫਿਰ ਕਹੋ ਜੀ ਵਾਹਿਗੁਰੂ ਵਾਹਿਗੁਰੂ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ
ਹੁਣ ਅੱਗੋਂ ਕਥਾ ਸਰਵਣ ਕਰੀਏ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਜੀ। ਦੋਹਰਾ। ਮੋਹ ਭੂਤ ਨਾ ਮਨ ਲਗਿਓ, ਕਿਤੇ ਉਪਾਏ ਨਾ ਜਾਏ। ਸੰਗਤ ਜੀ, ਕਵੀ ਸੰਤੋਖ ਸਿੰਘ ਜੀ ਕਥਾ ਆਰੰਭ ਕਰਨ ਤੋਂ ਪਹਿਲਾਂ ਕਹਿੰਦੇ ਭਾਈ ਸਿੱਖੋ, ਹਰ ਇੱਕ ਸੰਸਾਰ ਦੇ ਜੀਵ ਦੇ ਮਨ ਨੂੰ ਮੋਹ ਰੂਪੀ ਭੂਤ ਨਾ ਲੱਗਿਆ ਹੁੰਦਾ ਜੀ। ਜਦੋਂ ਮਨ ਨੂੰ ਮੋਹ ਰੂਪੀ ਭੂਤ ਨਾ ਲੱਗ ਜਾਂਦਾ ਨਾ ਜੀ, ਫਿਰ ਬੰਦਾ ਬੜਾ ਯਤਨ ਕਰਦਾ ਵੀ ਇਹ ਮੋਹ ਦਾ ਭੂਤ ਨਾ ਜਿਹੜਾ ਉਹ ਦੂਰ ਹੋਵੇ ਜੀ। ਮੋਹ ਕੀ ਹੈ? ਕਿਸੇ ਚੀਜ਼ ਦੇ ਨਾਲ ਲਗਾਵ ਜੀ। ਤੇ ਆਪਾਂ ਵੇਖ ਲਈਏ ਪੂਰੇ ਸੰਸਾਰ ਨਾਲ ਹੀ ਬੰਦੇ ਦਾ ਲਗਾਵ ਹੈਗਾ ਜੀ। ਜਿਉਂ ਪਰਿਵਾਰ ਤੋਂ ਸ਼ੁਰੂ ਹੁੰਦਾ, ਜਿਉਂ-ਜਿਉਂ ਵੱਧਦਾ ਜਾਂਦਾ, ਲਗਾਵ ਵੱਧਦਾ ਜਾਂਦਾ ਜੀ। ਮਹਾਰਾਜ ਕਹਿੰਦੇ ਮੋਹ ਜਿਹੜਾ ਇਹ ਭੂਤ ਨਾ ਹੈ ਜੀ। ਵਾਹਿਗੁਰੂ ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਭੂਤ ਨੇ ਵਾਂਗ ਮਨੁੱਖ ਦੇ ਮਨ ਨੂੰ ਚਿੰਬੜਿਆ ਜੀ, ਔਰ ਕਿਤੇ ਉਪਾਏ ਨਾ ਜਾਏ। ਫਿਰ ਬੰਦਾ ਯਤਨ ਕਰੇ ਪਰ ਇਹ ਲੱਥਦਾ ਨਹੀਂ ਛੇਤੀ ਜੀ। ਮੋਹ ਦੂਰ ਨਹੀਂ ਹੁੰਦਾ ਜੀ। ਤੇ ਮੋਹ ਦੂਰ ਕਿਵੇਂ ਹੋਏਗਾ ਇਹ ਦੱਸਦੇ ਹੁਣ। ਹਾਂਜੀ। ਮੰਤਰ ਸਤਿਗੁਰ ਸ਼ਬਦ ਤੇ ਕਰ ਅਭਿਆਸ ਨਸਾਏ। ਪਿਆਰ ਨਾਲ ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਜਦੋਂ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਮੰਤਰ ਉਹਦਾ ਕੋਈ ਅਭਿਆਸ ਕਰੇ ਤੇ ਮੋਹ ਰੂਪੀ ਭੂਤ ਨਾ ਨੱਸ ਜਾਏਗਾ ਜੀ, ਭੱਜ ਜਾਏਗਾ ਜੀ। ਹੁਣ ਇਹਦੇ ਤੇ ਉਦਾਹਰਣ ਪ੍ਰਮਾਣ ਤੇ ਬੜੇ ਆ, ਦੇਣ ਲੱਗੀਏ ਸਮਾਂ ਲੱਗ ਜਾਏਗਾ। ਬੜੇ ਗੁਰਮੁਖ ਪਿਆਰੇ ਐਸੇ ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਨਾਮ ਜਪਿਆ, ਉਹਨਾਂ ਦਾ ਮੋਹ ਦੂਰ ਹੋ ਗਿਆ ਜੀ। ਮੋਹ ਦੂਰ ਹੋ ਗਿਆ। ਨਾਮ ਜਪਣ ਵਾਲਾ ਵੀ ਜੇ ਮੋਹ ਵਿੱਚ ਫਸਿਆ ਹੋਇਆ, ਅਜੇ ਕਸਰ ਹੈ ਜੀ, ਅਜੇ ਗੱਲ ਨਹੀਂ ਬਣੀ ਜੀ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਆ। ਵਾਹਿਗੁਰੂ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਸਾਹਿਬ ਕਿਰਪਾ ਕਰਦੇ, ਸਿੱਖਾਂ ਨੂੰ ਮੰਤਰ ਦਿੰਦੇ ਆ, ਗੁਰ ਮੰਤਰ ਦੀ ਦਾਤ ਬਖਸ਼ਿਸ਼ ਕਰਦੇ ਆ। ਉਹਦੇ ਨਾਲ ਫਿਰ ਮੋਹ ਰੂਪੀ ਭੂਤ ਨਾ ਜਿਹੜਾ ਉਹ ਨੱਸ ਜਾਂਦਾ। ਚੌਪਈ। ਸ਼੍ਰੀ ਗੁਰ ਕਥਾ ਥੋਰ ਹੀ ਗਾਈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਸੰਗਤ ਜੀ, ਮੈਂ ਗੁਰੂ ਸਾਹਿਬ ਦੀ ਬੜੀ ਥੋੜੀ ਕਥਾ ਗਾਈ ਹੈ, ਬੜੀ ਥੋੜੀ ਕਥਾ ਕਹੀ ਹੈ, ਸਾਰੀ ਕਥਾ ਨਹੀਂ ਮੈਂ ਕਹਿ ਸਕਿਆ। ਹਾਂਜੀ। ਨਹ ਮੋਤੇ ਸਭ ਜਾਏ ਬਨਾਈ। ਮੈਂ ਸਾਰੀ ਕਥਾ ਬਣਾ ਕੇ ਨਹੀਂ ਤੁਹਾਨੂੰ ਦੱਸੀ। ਵੇਖ ਲੋ ਕਵੀ ਸੰਤੋਖ ਸਿੰਘ ਜੀ ਦੀ ਨਿਮਰਤਾ। ਮਹਾਰਾਜ ਜੀ ਦੀ ਕਿੰਨੀ ਕਥਾ ਲਿਖ ਕੇ ਕਹਿੰਦੇ ਮੈਂ ਬੜੀ ਥੋੜੀ ਜਿਹੀ ਲਿਖੀ ਹੈ। ਹਾਂਜੀ। ਪ੍ਰਭ ਕੀ ਮਹਿਮਾ ਉੱਚੋਂ ਉੱਚੀ। ਕਿਉਂ? ਪ੍ਰਭੂ ਸਰੂਪ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਮਹਿਮਾ ਉਹ ਬੜੀ ਉੱਚੀ ਹੈ, ਬੜੀ ਵੱਡੀ ਮਹਿਮਾ ਹੈ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ। ਹਾਂਜੀ। ਮੇਰੀ ਮਤ ਹੈ ਨੀਚੋਂ ਨੀਚੀ। ਗੁਰੂ ਸਾਹਿਬ ਜੀ ਦੀ ਮਹਿਮਾ ਉੱਚੀ ਤੋਂ ਵੀ ਉੱਚੀ ਹੈ। ਤੇ ਕਵੀ ਜੀ ਲਿਖਦੇ ਮੇਰੀ ਮਤ ਜਿਹੜੀ ਉਹ ਨੀਵੀਂ ਤੋਂ ਨੀਵੀਂ ਹੈਗੀ ਹੈ ਜੀ। ਹੁਣ ਇੱਕ ਚੀਜ਼ ਜਿਹੜੀ ਬਹੁਤ ਉੱਚੀ ਹੈ, ਇੱਕ ਉਹ ਵਸਤੂ ਜਿਹੜੀ ਨੀਵੀਂ ਤੋਂ ਨੀਵੀਂ ਹੈ, ਉਹ ਉੱਚੀ ਨਾਲ ਕਿਵੇਂ ਮਿਲੇਗੀ ਜੀ। ਹਾਂਜੀ। ਕੈਸੇ ਮਮਤਾ ਤਿਸ ਕੀ ਹੋਏ। ਫਿਰ ਪੜੋ। ਕੈਸੇ ਸਮਤਾ ਤਿਸ ਕੀ ਹੋਏ। ਕਵੀ ਜੀ ਲਿਖਦੇ ਆ, ਕਹਿੰਦੇ ਸੰਗਤ ਜੀ ਤੁਸੀਂ ਆਪ ਵਿਚਾਰ ਕਰੋ। ਇੱਕ ਬੰਨੇ ਬੜੀ ਉੱਚੀ ਸਤਿਗੁਰੂ ਦੀ ਮਹਿਮਾ, ਬੜੇ ਉੱਚੀ ਮਹਾਰਾਜ ਦੀ ਵਡਿਆਈ। ਹਾਂਜੀ। ਤੇ ਇੱਕ ਬੰਨੇ ਮੇਰੀ ਮੱਤ ਬੜੀ ਨੀਵੀਂ, ਕਿਵੇਂ ਬਰਾਬਰਤਾ ਹੋਏਗੀ, ਕਿਵੇਂ ਪਹੁੰਚ ਹੋਏਗੀ। ਹਾਂਜੀ। ਰੰਚਕ ਮੇਰ ਸਮਝੀਏ ਸੋਏ। ਇਹ ਤੇ ਬਸ ਇਸੇ ਤਰ੍ਹਾਂ ਸਮਝੋ ਕਿ ਸਤਿਗੁਰੂ ਦੀ ਮਹਿਮਾ ਸੁਮੇਰ ਪਰਬਤ ਵਰਗੀ ਹੈ। ਸੁਮੇਰ ਪਰਬਤ ਕੀ ਹੈ? ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਜੀ। ਤੇ ਕਹਿਣ ਲੱਗੇ ਮੈਂ ਕਿਣਕੇ ਵਰਗਾ ਜੀ। ਹੁਣ ਕਰੋੜਾਂ ਅਰਬਾਂ ਖਰਬਾਂ ਕਿਣਕੇ ਹੋਣ ਤੇ ਫਿਰ ਜਾ ਕੇ ਸੁਮੇਰ ਬਣਦਾ ਜੀ। ਹਾਂਜੀ। ਕੀਟੀ ਚਾਹੇ ਜੇ ਸਾਗਰ ਤਰਨੋ। ਕਵੀ ਸੰਤੋਖ ਸਿੰਘ ਜੀ ਕਹਿੰਦੇ ਸਾਧ ਸੰਗਤ ਮੈਂ ਸਾਰੀ ਕਥਾ ਨਹੀਂ ਕਰ ਸਕਦਾ। ਕਿਉਂ? ਜੇ ਕੀੜੀ ਆਖੇ ਮੈਂ ਸਮੁੰਦਰ ਤਰਨਾ। ਹਾਂਜੀ। ਕਿਸ ਪ੍ਰਕਾਰ ਹੋਇ ਪਾਰਨ ਪਰਨੋ। ਤੇ ਕੀੜੀ ਕਦੀ ਵੀ ਸਮੁੰਦਰ ਨਹੀਂ ਪਾਰ ਕਰ ਸਕਦੀ ਜੀ। ਕਿਵੇਂ ਪਾਰ ਕਰੇਗੀ? ਸਮੁੰਦਰ ਬਹੁਤ ਵੱਡਾ ਜੀ। ਤੇ ਸੰਗਤ ਜੀ ਸੱਚ ਹੈ,
ਕਵੀ ਸੰਤੋਖ ਸਿੰਘ ਜੀ ਵੀ ਸੱਚ ਕਹਿ ਰਹੇ ਤੇ ਮੈਂ ਆਪਣੇ ਵੱਲੋਂ ਵੀ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ, ਮੇਰੇ ਵਰਗੇ ਲੱਖਾਂ ਕਰੋੜਾਂ ਵਿਸ਼ਾਲ ਸਿੰਘ ਇਕੱਠੇ ਹੋ ਜਾਣ, ਪਰ ਸੱਚ ਇਹ ਹੈ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਮਹਿਮਾ ਨਹੀਂ ਕਰ ਸਕਦੇ ਜੀ। ਕਿਉਂ? ਸਤਿਗੁਰੂ ਦੀ ਮਹਿਮਾ ਬੜੀ ਵੱਡੀ ਜੀ, ਬੜੀ ਵੱਡੀ ਹੈ। ਹਾਂਜੀ। ਅਬ ਜਿਹ ਬਿਦ ਬੈਕੁੰਠ ਸਿਧਾਰੇ। ਕਹਿਣ ਲੱਗੇ ਹੁਣ ਭਾਈ ਕਥਾ ਸੁਣੋ, ਮਹਾਰਾਜ ਸੱਚਖੰਡ ਕਿਵੇਂ ਜਾਂਦੇ ਆ। ਹਾਂਜੀ। ਤਿਉ ਮੈਂ ਕਹੋ ਸੁਨਹੁ ਹਿਤ ਧਾਰੇ। ਉਸੇ ਤਰ੍ਹਾਂ ਮੈਂ ਕਥਾ ਕਹਿਣਾ, ਸੰਗਤਾਂ ਬੜੇ ਪਿਆਰ ਨਾਲ ਇਹ ਹੁਣ ਕਥਾ ਸੁਣੋ। ਏਕ ਦਿਵਸ ਚੱਲ ਦਲ ਕੀ ਛਾਈ। ਇੱਕ ਦਿਨ ਹਜੂਰ ਮਹਾਰਾਜ ਗਰੀਬ ਨਵਾਜ ਸ੍ਰੀ ਕਰਤਾਰਪੁਰ ਸਾਹਿਬ ਪਿੱਪਲ ਦੇ ਰੁੱਖ ਹੇਠਾਂ ਬੈਠੇ ਆ। ਹਾਂਜੀ। ਬੈਠੇ ਹੁਤੇ ਭੌਰ ਜਗ ਸਾਈ। ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਿੱਪਲ ਦੇ ਰੁੱਖ ਹੇਠਾਂ ਬੈਠੇ ਆ। ਹਾਂਜੀ। ਮਹਿਖੀ ਬੜਵਾ ਛੁਦਾ ਵਿਸ਼ੇਸੀ। ਮਹਾਰਾਜ ਨੇ ਵੇਖਿਆ ਮੱਝਾਂ ਘੋੜੀਆਂ ਸਭ ਭੁਖੀਆਂ ਨੇ। ਹਾਂਜੀ। ਤ੍ਰਿਣ ਬਿਹੀਨ ਜਬ ਸਗਰੀ ਦੇਖੀ। ਜਦੋਂ ਮਹਾਰਾਜ ਨੇ ਵੇਖਿਆ ਮੱਝਾਂ ਘੋੜੀਆਂ ਸਭ ਭੁਖੀਆਂ ਹਨ। ਹਾਂਜੀ। ਕਮਲਾ ਨਾਮ ਦਾਸ ਇੱਕ ਆਹਾਂ। ਤੇ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਸੇਵਕ ਸੀਗਾ ਜੀ, ਉਹਨਾਂ ਦਾ ਨਾਮ ਸੀ ਭਾਈ ਕਮਲਾ ਜੀ। ਭਾਈ ਕਮਲਾ ਜੀ ਆਪਾਂ ਸਤਿਕਾਰ ਨਾਲ ਭਾਈ ਕਮਲਾ ਜੀ ਕਹਿੰਦੇ ਆ, ਤੇ ਮਹਾਰਾਜ ਕਮਲਾ ਕਰਕੇ ਆਵਾਜ਼ ਮਾਰਦੇ ਸੀਗੇ। ਹਾਂਜੀ। ਤਿਹ ਬੁਲਾਏ ਕੈ ਸ਼੍ਰੀ ਪ੍ਰਭ ਕਹਾ। ਮਹਾਰਾਜ ਨੇ ਭਾਈ ਕਮਲਾ ਜੀ ਨੂੰ ਸੱਦਿਆ ਜੀ, ਤੇ ਭਾਈ ਕਮਲਾ ਜੀ ਨੂੰ ਸੱਦ ਕੇ ਕਹਿਣ ਲੱਗੇ ਭਏ ਸ਼ੁਦਾਤੁਰ ਪਸ਼ੂ ਸਮੂਹਾ। ਮਹਾਰਾਜ ਕਹਿੰਦੇ ਕਮਲਾ ਸਾਰੇ ਪਸ਼ੂ ਭੁੱਖੇ ਨੇ। ਮਹਾਰਾਜ ਕਹਿਣ ਲੱਗੇ ਪਸ਼ੂਆਂ ਨੂੰ ਭੁੱਖ ਲੱਗੀ ਹੈ। ਹਾਂਜੀ। ਆਨਹੁ ਤ੍ਰਿਣੰ ਜਾਏ ਨਿਜ ਜੂਹਾ। ਮਹਾਰਾਜ ਕਹਿਣ ਲੱਗੇ ਆਪਣੇ ਖੇਤਾਂ ਵੱਲ ਜਾਓ, ਤੇ ਮਹਾਰਾਜ ਕਹਿਣ ਲੱਗੇ ਘਾਹ ਲੈ ਕੇ ਆਓ। ਕਿਉਂ? ਗੁਰੂ ਨੂੰ ਤੇ ਸਭਨਾਂ ਦੀ ਫਿਕਰ ਹੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ, ਬੰਦੇ ਨੂੰ ਆਪਣੇ ਪਰਿਵਾਰ ਦੀ ਹੁੰਦੀ, ਸਤਿਗੁਰੂ ਨੂੰ ਸਭਨਾਂ ਦੀ ਫਿਕਰ ਹੈ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਪਸ਼ੂਆਂ ਦੀ ਵੀ ਚਿੰਤਾ ਵੇਖੋ ਰੱਖਦੇ। ਮਹਾਰਾਜ ਕਹਿਣ ਲੱਗੇ ਜਾਓ ਘਾਹ ਲੈ ਕੇ ਆਓ। ਹਾਂਜੀ। ਸੁਨ ਤਿਨ ਬਚਨ ਪਿਆਨਾ ਕੀਨਾ। ਭਾਈ ਕਮਲਾ ਜੀ ਨੇ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣਿਆ, ਹੱਥ ਜੋੜ ਕੇ ਨਮਸਕਾਰ ਕੀਤੀ ਤੇ ਘਾਹ ਲੈਣ ਗਏ ਜੀ। ਹਾਂਜੀ। ਜਹਾਂ ਵਿਸਾਲ ਘਾਸ ਕੋ ਚੀਨਾ। ਜਿੱਥੇ ਬਹੁਤ ਘਾਹ ਹੈ ਉਸ ਪਾਸੇ ਨੂੰ ਤੁਰ ਪਏ ਜੀ। ਹਾਂਜੀ। ਤੇ ਛਿਨ ਆਇਸ ਕੋ ਧਰ ਬੇਸਾ। ਹਾਂਜੀ। ਆਏ ਤ੍ਰੈ ਬਿਦ ਸ਼ੰਭ ਸੁਰੇਸ਼ਾ। ਹੁਣ ਇੱਥੇ ਗੱਲ ਬੜੇ ਧਿਆਨ ਨਾਲ ਸੁਣਿਓ ਪਿਆਰਿਓ। ਇਹ ਬਚਨ ਜਿਹੜੇ ਆ ਕਵੀ ਸੰਤੋਖ ਸਿੰਘ ਜੀ ਨੇ ਬੜੀ ਭਾਵਨਾ ਨਾਲ ਲਿਖੇ ਆ। ਕਵੀ ਜੀ ਲਿਖਦੇ ਆ ਉਸ ਸਮੇਂ 3 ਦੇਵਤੇ ਜੋਗੀਆਂ ਦਾ ਰੂਪ ਬਣਾ ਕੇ ਆਏ ਜੀ। ਬ੍ਰਹਮਾ ਜੀ, ਸ਼ਿਵ ਜੀ ਤੇ ਇੰਦਰ ਦੇਵਤਾ, ਇਹ ਜੋਗੀਆਂ ਦਾ ਰੂਪ ਬਣਾ ਕੇ ਆਏ ਜੀ। ਹਾਂਜੀ। ਕਮਲਾ ਜਾਤ ਵਹਿਰ ਕੋ ਹੇਰਾ। ਉਹਨਾਂ ਵੇਖਿਆ ਵੀ ਭਾਈ ਕਮਲਾ ਜੀ ਬਾਹਰ ਨੂੰ ਜਾ ਰਹੇ ਆ। ਹਾਂਜੀ। ਨਾਮ ਲੈ ਤਬ ਊਚੋ ਟੇਰਾ। ਹੁਣ ਉਹਨਾਂ ਨੇ ਜੋਗੀਆਂ ਵਾਲੇ ਬਸਤਰ ਪਾਏ ਜੀ, ਤੇ ਉੱਚੀ ਆਵਾਜ਼ ਨਾਲ ਨਾ ਭਾਈ ਕਮਲਾ ਜੀ ਨੂੰ ਆਵਾਜ਼ ਮਾਰੀ, ਭਾਈ ਕਮਲਾ। ਤੇ ਭਾਈ ਕਮਲਾ ਜੀ ਛੇਤੀ ਉਹਨਾਂ ਵੱਲ ਗਏ ਜੀ। ਹਾਂਜੀ। ਨਿਕਟ ਬੁਲਾਇਓ ਬਚਨ ਉਚਾਰਾ। ਜਦੋਂ ਭਾਈ ਕਮਲਾ ਜੀ ਉਹਨਾਂ ਦੇ ਕੋਲ ਗਏ ਤੇ ਉਹ ਭਾਈ ਕਮਲਾ ਜੀ ਨੂੰ ਕਹਿਣ ਲੱਗੇ, ਹਾਂਜੀ, ਇੱਕ ਕਾਰਜ ਤੁਮ ਕਰੋ ਹਮਾਰਾ। ਭਾਈ ਸਾਨੂੰ ਤੇਰੇ ਨਾਲ ਨਾ ਇੱਕ ਕੰਮ ਹੈ, ਉਹ ਕੰਮ ਸਾਡਾ ਕਰ। ਹਾਂਜੀ। ਇਹ ਵਿਭੂਤ ਲੈ ਕਹਿ ਕਰ ਮਾਹੀ। ਆ ਵਿਭੂਤੀ ਲੈ ਜਾ, ਰਾਖ ਲੈ ਜਾ। ਹਾਂਜੀ। ਜਾਵਹੁ ਸ਼੍ਰੀ ਨਾਨਕ ਕੇ ਪਾਹੀ। ਤੇ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਲੈ ਜਾ, ਕੋਲ ਲੈ ਜਾ। ਹਾਂਜੀ। ਜਾਏ ਦਿਖਾਵੇ ਹੋ ਗੋ ਤੂੰ ਜਬ ਹੀ। ਜਦੋਂ ਤੂੰ ਇਹ ਰਾਖ ਵਿਭੂਤੀ ਸੱਚੇ ਪਾਤਸ਼ਾਹ ਜੀ ਨੂੰ ਵਿਖਾਵੇਂਗਾ, ਹਾਂਜੀ, ਉੱਤਰ ਕਛੂ ਦਹਿ ਪ੍ਰਭ ਤਬ ਹੀ। ਉਹ ਫਿਰ ਤੈਨੂੰ ਉੱਤਰ ਦੇਣਗੇ, ਤੈਨੂੰ ਜਵਾਬ ਦੇਣਗੇ ਵਿਭੂਤੀ ਦੇਖ ਕੇ।
ਹਾਂਜੀ। ਸੋ ਸੁਨ ਕੈ ਹਮ ਪਾਸ ਕਹੀਜੈ। ਉਹ ਉੱਤਰ ਲੈ ਕੇ ਤੇ ਤੂੰ ਸਾਡੇ ਕੋਲ ਆ ਜਾਣਾ। ਇਹ ਸ਼ਿਵ ਬੋਲ ਰਿਹਾ ਜੀ, ਸ਼ਿਵ ਜੀ ਬੋਲ ਰਹੇ ਆ। ਕਹਿੰਦੇ ਉਹ ਉੱਤਰ ਲੈ ਕੇ ਤੂੰ ਸਾਡੇ ਕੋਲ ਆ ਜਾਣਾ। ਹਾਂਜੀ। ਜਾਹੋ ਅਬੈ ਨਹਿ ਬਿਲਮ ਕਰੀਜੈ। ਤੇ ਭਾਈ ਕਮਲਾ ਚਿਰ ਨਾ ਲਾ, ਛੇਤੀ ਜਾ ਤੇ ਉੱਤਰ ਲੈ ਕੇ ਆ। ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਆ। ਹਾਂਜੀ। ਕਮਲੇ ਪਿਖ ਸਰੂਪ ਤਿਨ ਕੇਰਾ। ਭਾਈ ਕਮਲਾ ਜੀ ਨੇ ਉਹਨਾਂ ਦਾ ਰੂਪ ਰੰਗ ਵੇਖਿਆ, ਸਰੂਪ ਵੇਖਿਆ ਜੀ, ਸੋਹਣਾ ਰੂਪ ਵੇਖਿਆ। ਹਾਂਜੀ। ਕ੍ਰਾਂਤ ਮਾਨ ਅਤ ਸ਼ੁਭਤ ਕਨੇਰਾ। ਵੇਖਿਆ, ਕਹਿਣ ਲੱਗੇ ਵੀ ਇਹ ਤੇ ਰੂਪ ਹੀ ਇੰਨੇ ਸੋਹਣੇ ਵੀ ਮਨ ਨੂੰ ਖਿੱਚ ਪਾਉਂਦੇ ਆ। ਹਾਂਜੀ। ਅਚਰਜ ਭਇਓ ਤਬੈ ਮਨ ਮਾਹੀ। ਫਿਰ ਉਹ ਸੋਚਦੇ ਭਾਈ ਕਮਲਾ ਜੀ ਵੀ ਕਦੀ ਵੇਖੇ ਵੀ ਨਹੀਂ ਇਹ ਤਿੰਨੋਂ, ਇਹਨਾਂ ਨੂੰ ਮੇਰਾ ਨਾਮ ਕਿਵੇਂ ਪਤਾ। ਫਿਰ ਵੀ ਅਚਰਜ ਹੋ ਕੇ ਆਪਣੇ ਮਨ ਵਿੱਚ ਲਖੇ ਨ ਜਾਹੇ ਕਿ ਸੁਰ ਨਰ ਆਹੀ। ਅੰਦਾਜ਼ਾ ਲਾਉਂਦੇ ਵੀ ਮਨੁੱਖ ਹੈ ਕਿ ਦੇਵਤੇ ਹੈ। ਹਾਂਜੀ। ਹਟਨ ਲੱਗਿਓ ਉਰ ਭਈ ਵਿਚਾਰਾ। ਉਹ ਰਾਖ ਲੈ ਕੇ ਤੇ ਸੱਚੇ ਪਾਤਸ਼ਾਹ ਜੀ ਵੱਲ ਤੁਰੇ ਜੀ। ਜਦੋਂ ਤੁਰਨ ਲੱਗੇ ਇੱਕਦਮ ਚੇਤਾ ਆਇਆ ਜੀ। ਹਾਂਜੀ। ਗੁਣ ਕੈ 300 ਬਚਨ ਉਚਾਰਾ। ਉਹ ਚੇਤਾ ਜਦੋਂ ਆਇਆ ਬਚਨ ਦਾ ਗੁਰੂ ਨਾਨਕ ਸਾਹਿਬ ਜੀ ਦੇ, ਤੇ ਅੱਗੋਂ ਫਿਰ ਭਾਈ ਕਮਲਾ ਜੀ ਉਹਨਾਂ ਦੇਵਤਿਆਂ ਨੂੰ ਕਹਿਣ ਲੱਗੇ। ਹਾਂਜੀ। ਸਤਿਗੁਰ ਕੀ ਆਇਸ ਅਸ ਮੋਹੀ। ਕਹਿੰਦੇ ਭਾਈ ਮੈਨੂੰ ਨਾ ਗੁਰੂ ਸਾਹਿਬ ਦਾ ਹੁਕਮ ਹੋਇਆ ਇੱਕ। ਹਾਂਜੀ। ਪੁਨ ਜਾਵੋ ਤ੍ਰਿਣ ਭਾਰ ਜਿਹੋਹੀ। ਕੀ ਹੁਕਮ ਹੋਇਆ? ਹੁਕਮ ਇਹ ਹੋਇਆ ਵੀ ਘਾਹ ਦੀ ਪੰਡ ਲੈ ਕੇ ਆ। ਜਾਣਾ ਤੇ ਮੈਂ ਗੁਰੂ ਸਾਹਿਬ ਦੇ ਕੋਲ ਹੈ, ਪਰ ਉਦੋਂ ਜਾਵਾਂਗਾ ਜਦੋਂ ਮੇਰੇ ਕੋਲ ਘਾਹ ਦੀ ਪੰਡ ਹੋਵੇਗੀ। ਜਿੰਨਾ ਚਿਰ ਘਾਹ ਦੀ ਪੰਡ ਨਹੀਂ ਹੁੰਦੀ ਮੈਂ ਜਾ ਨਹੀਂ ਸਕਦਾ। ਮੇਰੇ ਗੁਰੂ ਦਾ ਹੁਕਮ ਹੈਗਾ ਜੀ। ਹਾਂਜੀ। ਦੋਏ ਮਹੂਰਤ ਮਹਿ ਕਰ ਲੈ ਹੋ। ਤੇ ਮੈਨੂੰ 2 ਘੜੀਆਂ ਲੱਗਣੀਆਂ ਘਾਹ ਵੱਢਦਿਆਂ ਪਾਉਂਦਿਆਂ। ਹਾਂਜੀ। ਪੁਨ ਤੁਮ ਜਾਏ ਸੰਦੇਸ਼ਾ ਦੈ ਹੋ। ਤੇ ਤੁਸੀਂ 2 ਘੜੀਆਂ ਤੁਹਾਨੂੰ ਇੰਤਜ਼ਾਰ ਕਰਨਾ ਪੈਣਾ। 2 ਘੜੀਆਂ ਬਾਅਦ ਮੈਂ ਜਾਵਾਂਗਾ ਤੇ ਤੁਹਾਡਾ ਸੰਦੇਸ਼ਾ ਦਿਆਂਗਾ। ਹੁਣ ਵੇਖਣ ਵਾਲੇ ਨੂੰ ਕੀ ਪਤਾ ਵੀ ਰਾਖ ਕੀ ਹੈਗੀ ਹੈ ਜੀ। ਹਾਂਜੀ। ਤਬ ਸੁਰੇਸ਼ ਉਠ ਐਸੋ ਕੀਨਾ। ਹਾਂਜੀ। ਭਾਰ ਤ੍ਰਿਣਨ ਮੁਸ਼ਕ ਕਰ ਦੀਨਾ। ਬਸ ਉਸੇ ਵੇਲੇ ਇੱਕ ਸੁਰੇਸ਼ ਨੇ, ਇੰਦਰ ਦੇਵਤੇ ਨੇ, ਉਹਨਾਂ ਵਿੱਚੋਂ ਇੱਕ ਦੇਵਤੇ ਨੇ ਜਿਹਦਾ ਨਾਮ ਇੰਦਰ ਹੈ ਜੀ। ਉਹਨੇ ਘਾਹ ਲਿਆ ਜੀ ਇੱਕ ਮੁੱਠ, ਤੇ ਜਦੋਂ ਇਸ ਤਰ੍ਹਾਂ ਕੀਤਾ ਤੇ ਘਾਹ ਦੀ ਪੰਡ ਲੱਗ ਗਈ ਜੀ ਉੱਥੇ ਜੀ। ਹਾਂਜੀ। ਸਿਰ ਉਚਵਾਏ ਸੋ ਪੁਰੀ ਪਠਾਵਾ। ਤੇ ਸਿਰ ਤੇ ਝੁਕਾ ਕੇ ਨਾ ਜੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੱਲ ਤੋਰਤਾ ਵੀ ਤੁਰ ਮਹਾਰਾਜ ਵੱਲ। ਹਾਂਜੀ। ਕਮਲੇ ਹਿਰਦੈ ਅਚਰਜ ਪਾਵਾ। ਭਾਈ ਕਮਲਾ ਜੀ ਤੁਰ ਤੇ ਪਏ, ਪਰ ਰਸਤੇ 'ਚ ਸੋਚਦੇ ਕਮਾਲ ਹੈ, ਬੰਦੇ ਲੱਗਦੇ ਨਹੀਂ ਇਹ। ਫਿਰ ਇੱਕ ਇੰਨੀ ਸ਼ਕਤੀ ਕਰਾਮਾਤ ਹੈ ਇਹਨਾਂ ਦੇ ਕੋਲ। ਹਾਂਜੀ। ਅਜਮਤ ਯੁਕਤ ਤੇਜ ਦਿਪਤਾਈ। ਚਿਹਰਿਆਂ ਤੇ ਬੜਾ ਜਲਾਲ ਹੈ, ਤੇ ਨਿਰਾ ਚਿਹਰਿਆਂ ਤੇ ਇੰਨੀ ਜਲਾਲ ਕਰਾਮਾਤ ਵੀ ਹੈਗੀ ਹੈ ਕੋਲ। ਹਾਂਜੀ। ਭੇਵ ਨ ਇਨਕੋ ਜਾਣਿਓ ਜਾਈ। ਤੇ ਪਤਾ ਨਹੀਂ ਹੈ ਵੀ ਕੌਣ ਹੈ। ਭਾਈ ਕਮਲਾ ਜੀ ਘਾਹ ਦੀ ਪੰਡ ਰੱਖੀ ਸਿਰ ਤੇ ਤੁਰੀ ਜਾਂਦੇ ਆ ਤੇ ਨਾਲੇ ਵਿਚਾਰ ਕਰੀ ਜਾਂਦੇ ਆ। ਹਾਂਜੀ। ਪੁਰ ਮਹਿ ਤੂਰਨ ਜਬ ਹੀ ਆਵਾ। ਜਦੋਂ ਭਾਈ ਕਮਲਾ ਜੀ ਵਾਪਸ ਆਏ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ। ਹਾਂਜੀ। ਬਿਖਤ ਹੁਤੇ ਪ੍ਰਭ ਬਚਨ ਅਲਾਵਾ। ਤੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਅੰਤਰਜਾਮੀ ਸੱਚੇ ਪਾਤਸ਼ਾਹ ਮਹਾਰਾਜ ਭਾਈ ਕਮਲਾ ਜੀ ਨੂੰ ਕਹਿਣ ਲੱਗੇ। ਕਮਲੇ ਜਸ ਪਦ ਤ੍ਰਿਣ ਲੈ ਆਇਓ। ਜਸ ਪਦ ਦਾ ਅਰਥ ਹੁੰਦਾ ਛੇਤੀ। ਮਹਾਰਾਜ ਕਹਿੰਦੇ ਕਮਲੇ ਬੜੀ ਛੇਤੀ ਲੈ ਆਂਦਾ ਘਾਹ। ਹਾਂਜੀ। ਕਿਦੋਂ ਕਿਸੂ ਕੋ ਜਾਏ ਚੁਰਾਇਓ। ਮਹਾਰਾਜ ਕਹਿੰਦੇ ਕਿਸੇ ਦਾ ਚੋਰੀ ਤਾਂ ਨਹੀਂ ਕੀਤਾ ਘਾਹ। ਹਾਂਜੀ। ਬਲ ਛਲ ਕਰ ਜੇ ਲੀਨੇ ਪਰ ਕੋ। ਜੇ ਤੇ ਪਰਾਇਆ ਘਾਹ ਵਲ ਛਲ ਕਰਕੇ ਤੂੰ ਸਾਡੇ ਕੋਲ ਲੈ ਕੇ ਆਇਆ। ਹਾਂਜੀ। ਤੋ ਨਹਿ ਜਾਹੋ ਅਗਾਰੀ ਘਰ ਕੋ। ਫਿਰ ਮਹਾਰਾਜ ਕਹਿੰਦੇ ਪਸ਼ੂਆਂ ਵਾਲੇ ਪਾਸੇ ਨਾ ਜਾ। ਵੇਖ ਲੋ ਬਲ ਛਲ ਦੀ ਕਮਾਈ ਗੁਰੂ ਦੇ ਸਿੱਖਾਂ ਨੇ ਕੀ ਖਾਣੀ ਹੈ। ਗੁਰੂ ਸਾਹਿਬ ਨੇ ਪਸ਼ੂਆਂ ਨੂੰ ਵੀ ਖਾਣ ਦਾ ਹੁਕਮ ਨਹੀਂ ਦਿੱਤਾ ਜੀ। ਹਾਂਜੀ।
ਤੇ ਬੰਦਾ ਵਲਛਲ ਦੀ ਕਮਾਈ ਕਰ ਕਰਕੇ ਆਪ ਵੀ ਖਾਂਦਾ, ਟੱਬਰ ਨੂੰ ਵੀ ਖਵਾਉਂਦਾ, ਸਾਰੇ ਮਨਮੁਖ। ਹਾਂਜੀ, ਹਮਰੀ ਮਹਿਖਨ ਨਾਹੇ ਖੁਆਏ। ਮਹਾਰਾਜ ਕਹਿੰਦੇ ਸਾਡੀਆਂ ਮੱਝਾਂ ਨੂੰ ਨਹੀਂ ਖਵਾਉਣਾ ਵਲਛਲ ਦਾ ਘਾਹ, ਚੋਰੀ ਦਾ ਘਾਹ। ਹਾਂਜੀ, ਬਹੁਰ ਤਰਹੁ ਜਹ ਤੇ ਤੂੰ ਲਿਆਏ। ਜਾ ਉੱਥੇ ਰੱਖ ਕੇ ਆ ਜਿੱਥੋਂ ਲੈ ਕੇ ਆਂਦਾ। ਹਾਂਜੀ, ਦੋਹਰਾ ਕਮਲਾ ਬੋਲਿਓ ਬੰਦ ਕਰ, ਨਹੀਂ ਚੁਰਾਇਓ ਜਾਏ। ਤੇ ਭਾਈ ਕਮਲਾ ਜੀ ਹੱਥ ਜੋੜ ਕੇ ਕਹਿੰਦੇ ਮਹਾਰਾਜ ਚੋਰੀ ਨਹੀਂ ਲਿਆਂਦਾ, ਚੋਰੀ ਥੋੜੀ ਉਹ ਕੀਤਾ ਮਹਾਰਾਜ। ਹਾਂਜੀ, ਜਿਉ ਆਨੇ ਤੂਰਨ ਤ੍ਰਿਣਨ, ਤਿਉ ਸੁਣੀਏ ਸੁਖਦਾਏ। ਮਹਾਰਾਜ ਮੈਂ ਜਿਵੇਂ ਛੇਤੀ ਘਾਹ ਲੈ ਆਂਦਾ ਉਹਦਾ ਕਾਰਨ ਸੁਣ ਲਓ ਮਹਾਰਾਜ। ਪਤਾ ਤੇ ਮਹਾਰਾਜ ਨੂੰ ਹੈ, ਪਰ ਮਹਾਰਾਜ ਅੰਤਰਜਾਮੀ ਵੀ ਖੇਡ ਰਚ ਰਹੇ ਹੈ। ਹਾਂਜੀ, ਚੌਪਈ ਤ੍ਰੈ ਜੋਗੀ ਬਾਹਰ ਹੈ ਬੈਸੇ। ਮਹਾਰਾਜ 3 ਜੋਗੀ ਆਏ ਆ, ਉਹ 3 ਜੋਗੀ ਬਾਹਰ ਬੈਠੇ ਆ ਸੱਚੇ ਪਾਤਸ਼ਾਹ। ਹਾਂਜੀ, ਦੇਖੇ ਮੈਂ ਸੋ ਅਜਮਤੀ ਜੈਸੇ। ਮੈਂ ਵੇਖੇ ਮਹਾਰਾਜ ਉਹ ਬੜੇ ਕਰਾਮਾਤੀ ਹੈ ਉਹ। ਹਾਂਜੀ, ਏਕ ਮੁਸ਼ਟ ਮਹਿ ਤ੍ਰਿਣ ਤਿਨ ਲੈ ਕਰ। ਮਹਾਰਾਜ ਇੱਕ ਮੁੱਠੀ ਚ ਘਾਹ ਲੈ ਕੇ ਭਾਰ ਬੰਧਾਏ ਉਚਾਇਓ ਦਇਓ ਸਿਰ। ਉਹ ਜਦੋਂ ਘਾਹ ਇੱਕ ਮੁੱਠੀ ਪੁੱਟ ਕੇ ਇਸ ਤਰ੍ਹਾਂ ਕੀਤਾ ਤੇ ਮਹਾਰਾਜ ਪੰਡ ਬਣ ਗਈ ਘਾਹ ਦੀ, ਉਹਨਾਂ ਮੇਰੇ ਸਿਰ ਤੇ ਰਖਾ ਦਿੱਤੀ। ਹਾਂਜੀ, ਤੁਮਕੋ ਏਕ ਸੰਦੇਸ਼ਾ ਦੀਨੋ। ਤੇ ਮਹਾਰਾਜ ਅਸਲ ਵਿੱਚ ਉਹਨਾਂ ਨੇ ਤੁਹਾਨੂੰ ਇੱਕ ਸੰਦੇਸ਼ਾ ਭੇਜਿਆ। ਹਾਂਜੀ, ਕਹਿ ਪਟ ਗਾਂਠੀ ਖੋਲਨ ਕੀਨੋ। ਇਹ ਕਹਿ ਕੇ ਤੋ ਕੱਪੜੇ 'ਚ ਰਾਖ ਬੱਧੀ ਸੀਗੀ, ਉਹ ਰਾਖ ਜਿਹੜੀ ਹੈ ਉਹ ਸਾਧ ਸੰਗਤ ਜੀ ਖੋਲ ਕੇ ਮਹਾਰਾਜ ਨੂੰ ਵਿਖਾਈ। ਹਾਂਜੀ, ਦਹਿ ਬਪੂਤ ਗੁਰੂ ਕਰ, ਦਈ ਬਪੂਤ ਗੁਰੂ ਕਰ ਮਹਿ ਜਬ। ਤੇ ਦਈ ਵਿਭੂਤ ਗੁਰੂ ਕਰ ਮਹਿ ਜਬ। ਜਦੋਂ ਗੁਰੂ ਸਾਹਿਬ ਦੇ ਹੱਥ ਵਿੱਚ ਮਹਾਰਾਜ ਦੇ ਕਰ ਕਮਲਾਂ 'ਚੋਂ ਵਿਭੂਤੀ ਦਿੱਤੀ ਨਾ, ਰਾਖ ਦਿੱਤੀ। ਹਾਂਜੀ, ਸ਼ੰਕਰ ਕਰ ਕੀ ਜਾਨ ਲਈ ਤਬ। ਮਹਾਰਾਜ ਨੂੰ ਪਤਾ ਲੱਗ ਗਿਆ ਵੀ ਇਹ ਤੇ ਸ਼ੰਕਰ ਦੇ ਹੱਥ ਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਅਸਲ ਵਿੱਚ ਇਹ ਜਿਹੜੀ ਖੇਡ ਹੁਣੇ ਪਤਾ ਲੱਗ ਜਾਏਗੀ। ਹਾਂਜੀ, ਕਮਲਾ ਹਮਰੋ ਲਿਆਏ ਸੰਦੇਸ਼ਾ, ਤੀਨ ਬੇਰ ਇਉ ਕਹਿ ਜਗਤੇਸ਼ਾ। ਮਹਾਰਾਜ ਨੇ 3 ਵਾਰ ਕਿਹਾ ਜੀ, ਭਾਈ ਕਮਲਾ ਜੀ ਵੱਲ ਵੇਖਣ ਤੇ ਰਾਖ ਵੱਲ ਵੇਖਣ। ਤੇ ਮਹਾਰਾਜ ਕਹਿੰਦੇ ਕਮਲਾ ਸਾਡਾ ਸੰਦੇਸ਼ਾ ਲੈ ਕੇ ਆਇਆ, ਕਮਲਾ ਸਾਡਾ ਸੰਦੇਸ਼ਾ ਲੈ ਕੇ ਆਇਆ, ਕਮਲਾ ਸਾਡਾ ਸੰਦੇਸ਼ਾ ਲੈ ਕੇ ਆਇਆ। 3 ਵਾਰ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ ਜੀ। ਹਾਂਜੀ, ਬਹੁਰ ਬਚਨ ਉਚਰੇ ਸ਼੍ਰੀ ਬਦਨਾ, ਕਮਲੇ ਜਾਹੋ ਸਧਾਰਨ ਸਦਨਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਹਾਰਾਜ ਕਹਿੰਦੇ ਕਮਲੇ ਜਾ ਭਾਈ ਸਧਾਰਨ ਨੂੰ ਸੱਦ। ਮਹਾਰਾਜ ਕਹਿਣ ਲੱਗੇ ਹਾਂਜੀ, ਆਨਹੁ ਹਮਰੇ ਨਿਕਟ ਬੁਲਾਈ। ਸਾਡੇ ਕੋਲ ਭਾਈ ਸਧਾਰਨ ਜੀ ਨੂੰ ਲੈ ਕੇ ਆ। ਮਹਾਰਾਜ ਕਹਿਣ ਲੱਗੇ ਹਾਂਜੀ, ਗਮਨਿਓ ਕਮਲਾ ਆਇਸ ਪਾਈ। ਭਾਈ ਕਮਲਾ ਜੀ ਆਗਿਆ ਪਾ ਕੇ ਭਾਈ ਸਧਾਰਨ ਜੀ ਦੇ ਕੋਲ ਗਏ ਜੀ। ਭਾਈ ਸਧਾਰਨ ਜੀ ਕੌਣ ਨੇ ਉਹ ਸੁਣਾਓ। ਹਾਂਜੀ, ਸ਼੍ਰੀ ਅੰਗਦ ਤੇ ਸੋ ਪਛਚਾਤੀ। ਮਹਾਰਾਜ ਗੁਰੂ ਅੰਗਦ ਸਾਹਿਬ ਤੇ ਖਡੂਰ ਸਾਹਿਬ ਚਲੇ ਗਏ ਜੀ। ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਬਾਅਦ ਹਾਂਜੀ, ਕਰਤ ਰਹਿਤ ਸੇਵਾ ਦਿਨ ਰਾਤੀ। ਜਿਸ ਦਿਨ ਦੇ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਗਏ ਆ, ਉਸ ਦਿਨ ਦੀ ਭਾਈ ਸਧਾਰਨ ਜੀ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਦੇ ਜੀ ਦਿਨ ਰਾਤ। ਹਾਂਜੀ, ਸਗਰੇ ਬਸਤਰ ਸਵੱਛ ਸੁਕਰਹੀ। ਸਗਰੇ ਬਸਤਰ ਸਵੱਛ ਸੋ ਕਰਹੀ। ਮਹਾਰਾਜ ਦੇ ਕੱਪੜੇ ਧੋਣ ਦੀ ਸੇਵਾ ਜਿਹੜੀ ਹੈ ਉਹ ਭਾਈ ਸਧਾਰਨ ਜੀ ਕਰਦੇ। ਬੜੇ ਵੱਡੇ ਸਿੱਖ ਸਨ ਜੀ ਭਾਈ ਸਧਾਰਨ ਜੀ। ਆਮ ਸਿੱਖ ਨੂੰ ਤੇ ਏਡੀ ਵੱਡੀ ਸੇਵਾ ਦਾ ਮੌਕਾ ਹੀ ਨਹੀਂ ਮਿਲਦਾ ਜੀ। ਆਪ ਪ੍ਰਤੱਖ ਗੁਰੂ ਨਾਨਕ ਸਾਹਿਬ ਚਰਨ ਪਖਾਰ ਹਰਖ ਔਰ ਭਰਹੀ। ਗੁਰੂ ਸਾਹਿਬ ਦੇ ਚਰਨ ਧੋਣੇ। ਜਦੋਂ ਮਹਾਰਾਜ ਨੇ ਬਾਹਰੋਂ ਆਉਣਾ, ਚਰਨ ਧੋਣ ਦੀ ਜਿਹੜੀ ਸੇਵਾ ਉਹ ਭਾਈ ਸਧਾਰਨ ਜੀ ਕਰਦੇ ਹੁੰਦੇ ਸੀਗੇ ਜੀ। ਹਾਂਜੀ, ਇਤਿਆਦਿਕ ਜੋ ਸੇਵਾ ਸਾਰੀ। ਚਰਨ ਧਵਾਉਣ ਦੀ ਸੇਵਾ, ਬਸਤਰ ਧੋਣ ਦੀ ਸੇਵਾ, ਹੋਰ ਜਿਹੜੀ ਸੇਵਾ ਸੀ ਨਾ ਗੁਰੂ ਸਾਹਿਬ ਦੀ। ਹਾਂਜੀ, ਕਰਤ ਸਦਾ ਪ੍ਰੀਤੀ ਔਰ ਧਾਰੀ। ਭਾਈ ਸਧਾਰਨ ਜੀ ਬੜੇ ਪਿਆਰ ਨਾਲ ਕਰਦੇ ਹੁੰਦੇ ਸੀਗੇ ਜੀ। ਬੜੇ ਪਿਆਰ ਨਾਲ ਭਾਈ ਸਧਾਰਨ ਜੀ ਨੇ ਸਾਰੀ ਸੇਵਾ ਕਰਨੀ ਜੀ।
ਹਾਂਜੀ। ਸੋ ਬੁਲਵਾਏ ਲੀਜ ਨਿਜ ਸੰਗਾ। ਸੋ ਬੁਲਵਾਏ ਲੀਨ ਨਿਜ ਸੰਗਾ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਸਧਾਰਨ ਜੀ ਨੂੰ ਕੋਲ ਸੱਦਿਆ ਤੇ ਆਪਣੇ ਨਾਲ ਲਿਆ ਮਹਾਰਾਜ ਨੇ। ਹਾਂਜੀ। ਗਮਨੇ ਬਾਹਰ ਗੁਰੂ ਉਤੰਗਾ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਬਾਹਰ ਨੂੰ ਤੁਰ ਪਏ ਜੀ। ਹਾਂਜੀ। ਔਰ ਦਾਸ ਸਭ ਦੀਨ ਹਟਾਈ। ਬਾਕੀ ਸਭ ਸੇਵਕਾਂ ਨੂੰ ਮਹਾਰਾਜ ਨੇ ਕਿਹਾ ਵੀ ਤੁਸੀਂ ਇੱਥੇ ਰਹੋ। ਕੇਵਲ ਸਤਿਗੁਰੂ ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਸਧਾਰਨ ਜੀ, ਸਾਧ ਸੰਗਤ ਭਾਈ ਸਧਾਰਨ ਜੀ ਕਿੱਡੇ ਖਾਸ ਹੋਣਗੇ ਜੀ। ਤੇ ਮਹਾਰਾਜ ਨੇ ਇਹਨਾਂ ਨੂੰ ਨਾਲ ਲਿਆ ਤੇ ਸੱਚੇ ਪਾਤਸ਼ਾਹ ਬਾਰ-ਬਾਰ ਤੁਰ ਪਏ ਜੀ। ਹਾਂਜੀ। ਪਹੁੰਚਤ ਭਏ ਜਾਏ ਤਿਹ ਥਾਈ। ਮਹਾਰਾਜ ਉਸ ਥਾਂ ਵੱਲ ਪਹੁੰਚਣਾ ਚਾਹੁੰਦੇ ਆ ਜਿੱਧਰੋਂ ਦੇਵਤੇ ਖਲੋਤੇ ਆ, ਜੋਗੀ ਖਲੋਤੇ ਆ। ਹਾਂਜੀ। ਕਿਤਕ ਦੂਰ ਬੈਠਾਏ ਸਧਾਰਨ। ਕਈ ਕੁਝ ਸਮਾਂ ਤੇ ਮਹਾਰਾਜ ਦੇ ਨਾਲ ਭਾਈ ਸਧਾਰਨ ਜੀ ਤੁਰਦੇ ਰਹੇ। ਫਿਰ ਕੁਝ ਦੂਰੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਸਧਾਰਨ ਜੀ ਨੂੰ ਵੀ ਬਿਠਾ ਦਿੱਤਾ ਜੀ। ਭਾਈ ਸਧਾਰਨ ਜੀ ਇੱਥੇ ਬੈਠੋ। ਅੱਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਕੱਲੇ ਹੀ ਗਏ ਜੀ ਫਿਰ। ਹਾਂਜੀ। ਮਿਲੇ ਜਾਏ ਤਿੰਨ ਨਰਕ ਨਿਵਾਰਨ। ਨਰਕਾਂ ਵਿੱਚੋਂ ਕੱਢਣ ਵਾਲੇ, ਆਪਣੇ ਸੇਵਕਾਂ ਦਾ ਨਰਕ ਭਰਿਆ ਜਿਹੜਾ ਅਗਲਾ ਜੀਵਨ ਉਹ ਦੂਰ ਕਰਕੇ ਸਦਾ ਖੁਸ਼ੀਆਂ ਤੇ ਖੇੜੇ ਦੇਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਗਰੀਬ ਨਵਾਜ ਮਹਾਰਾਜ ਜੀ ਅੱਗੇ ਫਿਰ ਦੇਵਤਿਆਂ ਦੇ ਕੋਲ ਗਏ ਜੀ। ਹਾਂਜੀ। ਜਯਤ ਸੱਚ ਦਾ ਆਨੰਦ ਸੰਦੋਹੰ। ਮਹਾਰਾਜ ਜਦੋਂ ਜਾ ਕੇ ਮਿਲੇ, ਸੱਚ ਦਾ ਆਨੰਦ ਦੀ ਜੈ ਹੋਵੇ। ਦੇਵਤਿਆਂ ਨੇ ਇਸ ਤਰ੍ਹਾਂ ਆਖਿਆ, ਸਤ ਸੁਹਾਣ ਸਦਾ ਮਨ ਚਾਓ। ਉਹ ਸਤ ਚਿਤ ਆਨੰਦ ਦਾ ਸਰੂਪ ਹੀ ਨੇ ਗੁਰੂ ਨਾਨਕ ਸਾਹਿਬ। ਹਾਂਜੀ। ਕਹਿ ਅਸ ਉਠੇ ਪਰਮ ਸੁਖ ਹੋਹੰ। ਦੇਵਤੇ ਛੇਤੀ ਮਹਾਰਾਜ ਨੂੰ ਵੇਖ ਕੇ ਜਿੱਥੇ ਬੈਠੇ ਸੀ ਉੱਠ ਕੇ ਖਲੋ ਗਏ ਜੀ। ਹੱਥ ਜੋੜੇ, ਨਮਸਕਾਰ ਕੀਤੀ ਦੇਵਤਿਆਂ ਨੇ ਮਹਾਰਾਜ ਨੂੰ। ਹਾਂਜੀ। ਦੇਖ ਸਰੂਪ ਹਿਰਦੇ ਹਰਿ ਖਾਏ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਉਹਨਾਂ ਨੇ ਬੜੀ ਖੁਸ਼ੀ ਮਨਾਈ ਜੀ। ਮਹਾਰਾਜ ਦੇ ਦਰਸ਼ਨ ਹੀ ਐਸੇ ਹੈ ਸੰਗਤ ਜੀ, ਦੇਵਤੇ, ਮਨੁੱਖ, ਇਸਤਰੀਆਂ, ਪਸ਼ੂ, ਪੰਛੀ, ਜਿਹਨੂੰ ਮਹਾਰਾਜ ਦੇ ਦਰਸ਼ਨ ਹੋ ਗਏ ਉਹਦਾ ਭਲਾ ਹੋ ਗਿਆ ਜੀ। ਦੇਵਤਿਆਂ ਨੇ ਮਹਾਰਾਜ ਦੇ ਦਰਸ਼ਨ ਕੀਤੇ ਜੀ ਬੜੇ ਪਿਆਰ ਨਾਲ। ਹਾਂਜੀ। ਲੋਚਨ ਕਮਲ ਪ੍ਰਫੁੱਲ ਸੁਹਾਏ। ਕਹਿਣ ਲੱਗੇ ਕਮਲ ਨੈਣ ਪ੍ਰਫੁੱਲਤ ਹੋ ਗਏ ਜੀ ਉਹਨਾਂ ਦੇ। ਅੱਖਾਂ ਰੱਜ ਗਈਆਂ, ਤ੍ਰਿਪਤ ਹੋ ਗਈਆਂ ਜਦੋਂ ਮਹਾਰਾਜ ਦੇ ਨੇਤਰਾਂ ਦੇ ਦਰਸ਼ਨ ਕੀਤੇ, ਸਤਿਗੁਰਾਂ ਦੇ ਦਰਸ਼ਨ ਕੀਤੇ। ਹਾਂਜੀ। ਬਹੁਰ ਪ੍ਰੇਮ ਯੁਤ ਉਸਤਤ ਠਾਨੀ। ਫਿਰ ਉਹਨਾਂ ਦੇਵਤਿਆਂ ਨੇ ਬੜੇ ਪਿਆਰ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਸੋਭਾ ਕੀਤੀ, ਵਡਿਆਈ ਕੀਤੀ ਜੀ। ਹਾਂਜੀ। ਪਰਮ ਮਨੋਹਰ ਕਰਮ ਮਨ ਬਾਨੀ। ਤੇ ਮਹਾਰਾਜ ਗਰੀਬ ਨਵਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਬੜੇ ਵੱਡੇ। ਮਨ, ਬਚਨ ਤੇ ਕਰਮ ਕਰਕੇ ਉਹਨਾਂ ਮਹਾਰਾਜ ਦੀ ਉਸਤਤ ਕੀਤੀ। ਪਿਆਰਿਓ ਉੱਤੋਂ ਨਹੀਂ ਕੀਤੀ, ਮਨੋਂ ਤਨੋਂ ਮਹਾਰਾਜ ਦੀ ਉਸਤਤ ਕੀਤੀ ਫਿਰ ਦੇਵਤਿਆਂ ਨੇ। ਹਾਂਜੀ। ਤੋਟਕ ਛੰਦ ਅਬਰਾਮ ਸਦਾ ਸੁਖ ਧਾਮ ਪ੍ਰਭੋ। ਗਤ ਆਦਿਕ ਨਾਇਕ ਲੋਗ ਸਬੋ। ਕਹਿਣ ਲੱਗੇ ਹੱਥ ਜੋੜ ਕੇ, ਹੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਮਹਾਰਾਜ ਤੁਸੀਂ ਸਦਾ ਸੁੱਖਾਂ ਦੇ ਘਰ ਹੋ, ਮੁਕਤੀ ਦੇ ਦਾਤੇ ਹੋ। ਸੱਚੇ ਪਾਤਸ਼ਾਹ ਤੁਸੀਂ ਹੀ ਮਹਾਰਾਜ ਸਾਰੇ ਸੰਸਾਰ ਦੇ ਜੀਵਾਂ ਦੇ ਮਾਲਕ ਹੋ। ਦੁਖ ਕਾਇਕ ਸਾਇਕ ਬੈਨ ਤੁਯੰ। ਮਹਾਰਾਜ ਤੁਹਾਡੇ ਜਿਹੜੇ ਬਚਨ ਨੇ ਉਹ ਤੁਹਾਡੇ ਬਚਨ ਦੁੱਖਾਂ ਦਾ ਨਾਸ਼ ਕਰਨ ਵਾਲੇ ਹੈ। ਹਾਂਜੀ। ਪਵ ਪਾਲਕ ਕਾਲਕ ਨਿਤ ਜਯੰ। ਮਹਾਰਾਜ ਆਪ ਜੀ ਧਰਤੀ ਤੇ ਜੀਵਾਂ ਨੂੰ ਪਾਲਣ ਵਾਲੇ ਹੋ, ਧਰਤੀ ਨੂੰ ਪਾਲਣ ਵਾਲੇ ਹੋ, ਅਕਲੰਕ ਹੋ, ਸਭਨਾਂ ਨੂੰ ਪਾਲਣ ਵਾਲੇ ਹੋ, ਨਾਸ਼ ਕਰਨ ਵਾਲੇ ਵੀ ਹੋ। ਮਹਾਰਾਜ ਨਿਤ ਜਯੰ। ਥੇ ਮਹਾਰਾਜ ਗੁਰੂ ਨਾਨਕ ਸਾਹਿਬ ਤੁਹਾਡੀ ਸਦਾ ਹੀ ਜੈ ਹੋਵੇ, ਤੁਹਾਡੀ ਸਦਾ ਹੀ ਜੈ ਹੋਵੇ, ਤੁਹਾਡੀ ਸਦਾ ਹੀ ਜੈ ਹੋਵੇ। ਇੱਕ ਵਾਰੀ ਹੱਥ ਜੋੜ ਕੇ ਤੁਸੀਂ ਵੀ ਆਖੋ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਤੁਮ ਬਾਵਨ ਪੂਰਬ ਰੂਪ ਧਰਿਓ। ਕਿਉਂ ਹੁਣ ਗੁਰੂ ਨਾਨਕ ਸਾਹਿਬ ਆਪ ਜੋ ਪਰਮੇਸ਼ਰ ਹੈ ਤੇ ਪੁਰਾਤਨ ਪਰਮੇਸ਼ਰ ਦੇ ਜਿਨ੍ਹਾਂ ਨੂੰ ਵੱਡੇ ਵੱਡੇ ਅਵਤਾਰ ਮੰਨਿਆ ਜਾਂਦਾ ਹੈ,
ਦੇਵਤੇ ਫਿਰ ਨਾਮ ਲੈ ਲੈ ਮਹਾਰਾਜ ਦੀਆਂ ਸਿਫਤਾਂ ਕਰਨ। ਮਹਾਰਾਜ 52 ਰੂਪ ਤੁਸੀਂ ਹੋ ਕੇ ਧਰਤੀ ਤੇ ਆਏ। ਹੋਏ ਰਾਗਵ ਰਾਵਨ ਦੈਤ ਹਰਿਓ। ਮਹਾਰਾਜ ਆਪ ਜੀ ਹੀ ਰਾਮ ਦਾ ਰੂਪ ਬਣ ਕੇ ਆਏ, ਰਾਵਣ ਵਰਗੇ ਦੈਂਤ ਨੂੰ ਮਾਰਣਾ ਕੀਤਾ। ਪੁਨ ਜਾਦਵ ਬੰਚਹਿ ਕੰਸ ਮਰਿਓ। ਫਿਰ ਮਹਾਰਾਜ ਸੱਚੇ ਪਾਤਸ਼ਾਹ ਆਪ ਨੇ ਕ੍ਰਿਸ਼ਨ ਬਣ ਕੇ ਕੰਸ ਨੂੰ ਮਾਰਿਆ। ਕਲ ਕਾਲ ਸੋ ਨਾਨਕ ਨਾਮ ਪਰਿਓ। ਤੇ ਹੁਣ ਕਲਯੁਗ ਦੇ ਵਿੱਚ ਮਹਾਰਾਜ ਆਪ ਜੀ ਗੁਰੂ ਨਾਨਕ ਸਾਹਿਬ ਦਾ ਰੂਪ ਬਣ ਕੇ ਆਏ। ਪਰਮੇਸ਼ਰ ਜੀ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਚਨ ਦਰਜ ਨੇ। ਸਾਡੇ ਬੰਦੇ ਪੜ੍ਹਦੇ ਨਹੀਂ, ਸੁਣਦੇ ਨਹੀਂ ਤੇ ਨਿੰਦਿਆ ਤੇ ਜ਼ੋਰ ਚਾੜ ਦਿੰਦੇ ਆ ਛੇਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸਤਤ ਵਿੱਚ ਬਚਨ ਨੇ। ਸਤਿਯੁਗ ਤੈ ਮਾਣਿਓ। ਗੁਰੂ ਨਾਨਕ ਸਾਹਿਬ ਪਰਮੇਸ਼ਰ ਹੈ ਨਾ। ਹੇ ਮਹਾਰਾਜ ਸਤਿਯੁਗ ਵਿੱਚ ਤੁਸੀਂ ਆਏ ਸੀਗੇ ਮਹਾਰਾਜ। ਛੱਲਿਓ ਬਲ 52 ਭਾਇਓ। 52 ਅਵਤਾਰ ਬਲ ਰਾਜੇ ਨੂੰ ਛੱਲਿਆ। ਛੱਲਿਓ ਬਲ 52 ਭਾਇਓ ਤ੍ਰੇਤੇ ਤੈ ਮਾਣਿਓ। ਮਹਾਰਾਜ ਤ੍ਰੇਤੇ ਵਿੱਚ ਵੀ ਆਪ ਜੀ ਆਏ ਸੀਗੇ। ਹੇ ਮਹਾਰਾਜ ਆਪ ਜੀ ਹੀ ਆਏ ਸੀਗੇ। ਰਾਮ ਰਘੁਵੰਸ਼ ਕਹਾਇਓ ਤੁਹਾਡਾ ਇਹ ਨਾਮ ਸੀ। ਦੁਆਪਰ ਕ੍ਰਿਸ਼ਨ ਮੁਰਾਰ। ਦੁਆਪਰ ਦੇ ਵਿੱਚ ਮੁਰ ਨਾਂ ਦੇ ਦੈਂਤ ਨੂੰ ਮਾਰਨ ਵਾਲੇ ਤੁਸੀਂ ਕ੍ਰਿਸ਼ਨ ਜੀ ਦਾ ਰੂਪ ਬਣੇ। ਕੰਸ ਕਰਤਾਰਥ ਕੀਓ। ਕੰਸ ਦਾ ਸੰਘਾਰ ਕੀਤਾ, ਕਰਤਾਰਥ ਕੀਤਾ। ਉਗਰ ਸੈਣ ਕੋ ਰਾਜ ਅਭੈ ਭਗਤਹਿ ਜਨ ਦਿਓ। ਉੱਥੇ ਤੁਸੀਂ ਉਗਰ ਸੈਣ ਨੂੰ ਰਾਜ ਦਿੱਤਾ। ਕਲਯੁਗ ਪ੍ਰਮਾਣ ਨਾਨਕ ਗੁਰ। ਭੱਟ ਜੀ ਲਿਖਦੇ ਆ, ਕਹਿੰਦੇ ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਤੁਸੀਂ ਆਏ ਹੋ, ਆਪ ਆਏ ਹੋ। ਪ੍ਰਮਾਣਿਕ ਸਰੂਪ ਹੈ ਤੁਹਾਡਾ। ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਫਿਰ ਮਹਾਰਾਜ ਤੁਸੀਂ ਗੁਰੂ ਅੰਗਦ ਸਾਹਿਬ ਬਣੇ। ਮਹਾਰਾਜ ਤੁਸੀਂ ਗੁਰੂ ਅਮਰਦਾਸ ਸਾਹਿਬ ਬਣੇ। ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਤੇ ਫਿਰ ਕੀ ਕਹਿੰਦੇ? ਕਹਿੰਦੇ ਮਹਾਰਾਜ ਰਾਮ ਜੀ ਦਾ ਯੁੱਗ ਰਿਹਾ ਤ੍ਰੇਤਾ, ਕ੍ਰਿਸ਼ਨ ਜੀ ਦਾ ਰਿਹਾ ਦੁਆਪਰ। ਤੇ ਮਹਾਰਾਜ ਪਰ ਜਿਹੜਾ ਤੁਹਾਡਾ ਯੁੱਗ ਹੈ ਇਹ ਸਦਾ ਹੀ ਰਹੇਗਾ। ਤੁਹਾਡਾ ਰਾਜ ਅਟਲ ਰਹੇਗਾ। ਸ਼੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫੁਰਮਾਇਓ। ਇਸ ਤਰੀਕੇ ਨਾਲ ਦੇਵਤਿਆਂ ਨੇ ਆ ਕੇ ਸੱਚੇ ਪਾਤਸ਼ਾਹ ਜੀ ਦੀ ਸੋਭਾ ਕੀਤੀ, ਵਡਿਆਈ ਕੀਤੀ। ਮਹਾਰਾਜ ਤੁਸੀਂ ਕਲਯੁਗ ਵਿੱਚ ਆ ਕੇ ਜੀਵਾਂ ਨੂੰ ਤਾਰ ਰਹੇ ਹੋ। ਹਾਂਜੀ। ਚੌਪਈ ਇਸ ਪ੍ਰਕਾਰ ਕਰ ਰੁਚਰ ਵਡਾਈ। ਇਸ ਤਰੀਕੇ ਨਾਲ ਬੜੀ ਸੋਹਣੀ ਵਡਿਆਈ ਦੇਵਤਿਆਂ ਨੇ ਮਹਾਰਾਜ ਜੀ ਦੀ ਕੀਤੀ ਜੀ। ਹਾਂਜੀ। ਪੁੰਨ ਬਿਰੰਚ ਅਸ ਗਿਰਾ ਅਲਾਈ। ਫਿਰ ਬ੍ਰਹਮਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਕਹਿਣ ਲੱਗੇ, ਨਿਜ ਤਨ ਅੰਗਦ ਕਰ ਪਲਟਾਇਓ। ਹੇ ਮਹਾਰਾਜ ਆਪਣੀ ਜਿਹੜੀ ਰੂਪ ਜੋਤ ਹੈ, ਮਹਾਰਾਜ ਨਿੱਜੀ ਸਰੂਪ ਹੈ ਜਿਹੜਾ, ਉਹ ਤੇ ਤੁਸੀਂ ਅੰਗਦ ਦੇਵ ਸਾਹਿਬ ਦੇ ਅੰਦਰ ਪ੍ਰਗਟਾ ਦਿੱਤਾ। ਹਾਂਜੀ। ਕੀਨ ਸਥਾਪਨੀਕ ਮਨ ਭਾਇਓ। ਜਿੱਥੇ ਤੁਹਾਨੂੰ ਚੰਗਾ ਲੱਗਾ ਤੁਸੀਂ ਆਪਣਾ ਨਿੱਜ ਸਰੂਪ ਉੱਥੇ ਟਿਕਾਇਆ। ਹਾਂਜੀ। ਸਤਨਾਮ ਪ੍ਰਗਟਿਓ ਜਗ ਜਾਪੂ। ਤੇ ਜਗਤ ਵਿੱਚ ਸਤਨਾਮ ਸ੍ਰੀ ਵਾਹਿਗੁਰੂ, ਇਸ ਨਾਮ ਨੂੰ ਤੁਸੀਂ ਪ੍ਰਗਟ ਕੀਤਾ। ਹਾਂਜੀ। ਸੱਚਖੰਡ ਗਮਨਹੁ ਅਬ ਆਪੂ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਕਹਿਣ ਲੱਗੇ ਮਹਾਰਾਜ ਹੁਣ ਕਿਰਪਾ ਕਰੋ ਤੇ ਆਪ ਸੱਚਖੰਡ ਵਿੱਚ ਆਓ। ਮਹਾਰਾਜ ਹੁਣ ਸੱਚਖੰਡ ਨੂੰ ਭਾਗ ਲਾਓ। ਹੁਣ ਪਿਆਰਿਓ ਇੱਥੇ ਇੱਕ ਗੱਲ, ਕਈ ਕਹਿਣਗੇ ਦੇਵਤੇ ਕਿਉਂ? ਮਨਮੁਖਾਂ ਨੂੰ ਜੰਮ ਲੈਣ ਆਉਂਦੇ ਆ, ਕੁੱਟਦੇ ਹੋਏ ਆਉਂਦੇ ਆ। ਵਾਹਿਗੁਰੂ ਕੁੱਟਦੇ ਹੋਏ ਲੈ ਕੇ ਜਾਂਦੇ ਆ। ਗੁਰਮੁਖਾਂ ਨੂੰ ਧਰਮ ਰਾਜੇ ਦੇ ਦੂਤ ਸਤਿਕਾਰ ਨਾਲ ਖੜਦੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਚਖੰਡ ਜਾਣਾ, ਧਰਮ ਰਾਜੇ ਦਾ ਕੋਈ ਬੰਦਾ ਨਹੀਂ ਆਏਗਾ, ਕੋਈ ਜਮਾਂ ਦੇ ਦੂਤ ਨਹੀਂ ਆਉਣੇ। ਖੁਦ ਦੇਵਤੇ ਬੇਨਤੀ ਕਰਨ ਵਾਸਤੇ ਆਏ, ਮਹਾਰਾਜ ਕਿਰਪਾ ਕਰੋ ਤੇ ਸੱਚਖੰਡ ਆਓ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ।
ਮਹਾਰਾਜ ਆਪ ਕਿਰਪਾ ਕਰੋ, ਸੱਚੇ ਪਾਤਸ਼ਾਹ ਤੁਸੀਂ ਮਹਾਰਾਜ ਆਪ ਆਓ, ਕਿਰਪਾ ਕਰੋ। ਹੁਣ ਸੱਚਖੰਡ ਆਓ। ਜਿਹੜੀ ਰਾਖ ਹੈ, ਵੇਖੋ ਸਰੀਰ ਕੋਈ ਤਿਆਗਦਾ ਤੇ ਸਰੀਰ ਮਿੱਟੀ ਹੁੰਦਾ, ਤਾਈਓ ਮਿੱਟੀ ਦਿੱਤੀ ਸੀਗੀ ਵੀ ਮਹਾਰਾਜ ਹੁਣ ਸਮਾਂ ਆ ਗਿਆ ਤੇ ਮਹਾਰਾਜ ਹੁਣ ਕਿਰਪਾ ਕਰੋ। ਹਾਂਜੀ, ਸੁਨ ਕੈ ਬਚ ਸ਼੍ਰੀ ਨਾਨਕ ਮਾਨੇ। ਜਦੋਂ ਬਚਨ ਸੁਣੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਮੰਨ ਲਏ ਜੀ ਬਚਨ ਉਹਨਾਂ ਦੇ। ਹਾਂਜੀ, ਨਿਜ ਸਥਾਨ ਸੋ ਤੀਨ ਸਿਧਾਨੇ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਿਹਾ ਵੀ ਠੀਕ ਹੈ। ਇਹ ਕਹਿ ਕੇ ਮਹਾਰਾਜ ਵਾਪਸ ਆ ਗਏ। ਉਹ ਸਾਧ ਸੰਗਤ ਦੀ ਆਪਣੇ ਅਸਥਾਨ ਨੂੰ ਤੁਰ ਪਏ ਜੀ ਦੇਵਤੇ। ਹਾਂਜੀ, ਹਟ ਤਬ ਆਏ ਸਧਾਰਨ ਮਿਲੇ। ਮਹਾਰਾਜ ਉਹਨਾਂ ਦੇਵਤਿਆਂ ਤੋਂ ਵਿਦਾ ਹੋ ਕੇ ਭਾਈ ਸਧਾਰਨ ਜੀ ਨੂੰ ਆ ਕੇ ਮਿਲ ਪਏ ਜੀ, ਉਹਨਾਂ ਨੂੰ ਹਾਂ ਕਰਤੀ। ਹਾਂਜੀ, ਤਿਹ ਕੋ ਠੋਰ ਦਿਖਾਵਨ ਚਲੇ। ਤੇ ਮਹਾਰਾਜ ਗਰੀਬ ਨਵਾਜ ਜੀ ਫਿਰ ਖਾਸ ਨੇ ਨਾ ਭਾਈ ਸਧਾਰਨ ਜੀ, ਤੇ ਭਾਈ ਸਧਾਰਨ ਜੀ ਨੂੰ ਮਹਾਰਾਜ ਨੇ ਵਿਖਾਇਆ ਜੀ ਥਾਂ। ਹਾਂਜੀ, ਅਸ਼ਟ ਵਿਗੇ ਕੋ ਏਕ ਕਿਦਾਰਾ। ਤਹਾਂ ਠਾਂਡ ਹੋਇ ਬਚਨ ਉਚਾਰਾ। 8 ਵਿਗਿਆਂ ਦਾ ਇੱਕ ਖੇਤ ਸੀਗਾ ਜੀ। ਗੁਰੂ ਨਾਨਕ ਸਾਹਿਬ ਉੱਥੇ ਆਪ ਖਲੋ ਕੇ ਭਾਈ ਸਧਾਰਨ ਜੀ ਨੂੰ ਖਿਲਾਰਿਆ ਜੀ। ਹਾਂਜੀ, ਸੁਨੋ ਸਧਾਰਨ ਇਹ ਅਸਥਾਨਾ। ਕਾਸ਼ਟ ਹਮਰੇ ਡਾਰਹੁ ਆਨਾ। ਮਹਾਰਾਜ ਕਹਿਣ ਲੱਗੇ ਭਾਈ ਸਧਾਰਨ, ਜੇ ਸਾਡਾ ਸਰੀਰ ਬਚਿਆ ਤੇ ਸਾਡੇ ਸਰੀਰ ਦਾ ਇੱਥੇ ਸੰਸਕਾਰ ਕਰਨਾ ਤੁਸਾਂ। ਇਹ ਮਹਾਰਾਜ ਨੇ ਦੱਸਿਆ। ਤੇ ਵੈਸੇ ਤੇ ਝਗੜੇ ਕਰਕੇ ਫਿਰ ਮਹਾਰਾਜ ਦਾ ਸਰੀਰ ਅਲੋਪ ਹੋ ਗਿਆ ਸੀਗਾ ਜੀ, ਪਰ ਮਹਾਰਾਜ ਨੇ ਪਹਿਲਾਂ ਦੱਸਿਆ ਜੀ। ਜਦੋਂ ਮਹਾਰਾਜ ਨੇ ਸਰੀਰ ਵਾਲੀ ਗੱਲ ਕੀਤੀ, ਭਾਈ ਸਧਾਰਨ ਦੀ ਜਾਨ ਗਏ ਜੀ। ਭਾਈ ਸਧਾਰਨ ਜੀ ਨੂੰ ਬੈਰਾਗ ਆ ਗਿਆ। ਹਾਂਜੀ, ਜੇ ਕੋ ਬਰਜਹ ਕਹਿ ਥਲ ਮੋਰੀ। ਨਹਿ ਮਾਨਹੁ ਆਨਹੁ ਇਸ ਠੌਰੀ। ਮਹਾਰਾਜ ਕਹਿੰਦੇ ਜੇ ਕੋਈ ਵਰਜੇ ਵੀ ਨਹੀਂ ਹੋਰ ਥਾਂ ਤੇ ਕਰੋ, ਮਹਾਰਾਜ ਕਹਿੰਦੇ ਮੰਨਣਾ ਨਹੀਂ, ਇੱਥੇ ਹੀ ਕਰਨਾ ਸਾਰਾ ਕੁਝ। ਹਾਂਜੀ, ਨੀਕੀ ਵਿਦ ਸਮਝਾਇਓ ਤਾਹੀ। ਸਾਰੀ ਗੱਲ ਭਾਈ ਸਧਾਰਨ ਜੀ ਨੂੰ ਸੱਚੇ ਪਾਤਸ਼ਾਹ ਜੀ ਨੇ ਆਪ ਸਮਝਾਈ ਜੀ। ਹਾਂਜੀ, ਆਏ ਪ੍ਰਵੇਸ਼ੇ ਪੁਨਪੁਰ ਮਾਹੀ। ਆਏ ਆ ਕੇ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਬੈਠ ਗਏ, ਸੱਜ ਗਏ। ਹਾਂਜੀ, ਚਲ ਦਲ ਤਰੇ ਬਿਰਾਜੇ ਆਈ। ਕਿੱਥੇ ਬੈਠੇ ਸਾਧ ਸੰਗਤ ਜੀ? ਪਿੱਪਲ ਦੇ ਰੁੱਖ ਹੇਠਾਂ ਜੀ। ਹਾਂਜੀ, ਸਰਬ ਸਿੱਖ ਤਹ ਦਰਸ ਕਰਾਈ। ਉੱਥੇ ਫਿਰ ਸਾਰੇ ਸਿੱਖਾਂ ਨੂੰ ਮਹਾਰਾਜ ਨੇ ਖੁੱਲੇ ਦਰਸ਼ਨ ਦਿਦਾਰੇ ਦਿੱਤੇ ਜੀ। ਹਾਂਜੀ, ਦੋਹਰਾ ਚਤੁਰ ਚਾਦਰੇ ਰੁਚਿਰ ਗੁਰ। ਰਾਖਤ ਆਪਣੇ ਪਾਸ। 4 ਚਾਦਰੇ ਮਹਾਰਾਜ ਆਪਣੇ ਕੋਲ ਰੱਖਦੇ ਹੁੰਦੇ ਸੀਗੇ ਜੀ, 4 ਚਾਦਰੇ। ਹਾਂਜੀ, ਬਿਮਲ ਜੁਗਲ ਕੋ ਕਰ ਭਲੇ। ਧਰੈ ਸੋ ਰਹਿ ਆਵਾਸ। ਤੇ ਮਹਾਰਾਜ 2 ਚਾਦਰੇ ਜਿਹੜੇ ਆ ਉਹ ਕੋਲ ਰੱਖਦੇ, 2 ਸਾਫ਼ ਧੋ ਕੇ ਘਰ 'ਚ ਰੱਖਦੇ ਸਨ। ਹਾਂ, ਥੋੜਾ ਹੌਲੀ ਤੇ ਜ਼ੋਰ ਘੱਟ ਲਾਓ। ਹਾਂਜੀ, ਜੋ ਪਈ ਦਵੈ ਸ਼ਰੀਰ ਪਰ ਪਹਿਰੈ ਦਿਆਲਾ। 2 ਸੱਚੇ ਪਾਤਸ਼ਾਹ ਆਪਣੇ ਸਰੀਰ ਤੇ ਧਾਰਨ ਕਰਕੇ ਰੱਖਦੇ ਜੀ। ਹਾਂਜੀ, ਜਿਨ ਕੇ ਨਾਮ ਟੁਟੈ ਜਮ ਜਾਲਾ। ਜਿਸ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਆ ਜਮਾਂ ਦਾ ਜਾਲ ਹੀ ਟੁੱਟ ਜਾਂਦਾ ਜੀ। ਕਹੋ ਪਿਆਰ ਨਾਲ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਹਾਂ, ਤੇ ਛਿਨ ਭਨਿਓ ਸਧਾਰਨ ਤਾਈ। ਤੇ ਛਿਨ ਭੰਨਿਓ ਸਧਾਰਨ ਤਾਈ। ਉਸ ਸਮੇਂ ਫਿਰ ਮਹਾਰਾਜ ਨੇ ਭਾਈ ਸਧਾਰਨ ਜੀ ਨੂੰ ਆਖਿਆ, ਬਸਤਰ ਪਖਾਰਹੁ ਜਲ ਮਹਿ ਜਾਈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸਧਾਰਨ ਜੀ ਜਾਓ ਸਾਡੇ ਬਸਤਰ ਧੋ ਕੇ ਲੈ ਕੇ ਆਓ, ਚਾਦਰਾਂ। ਹਾਂਜੀ, ਸੁਨ ਰਜਾਏ ਲੈ ਪਟ ਸੰਗ ਹਾਥਾ। ਗੁਰੂ ਸਾਹਿਬ ਦਾ ਆਗਿਆ ਮੰਨ ਕੇ ਭਾਈ ਸਧਾਰਨ ਜੀ ਮਹਾਰਾਜ ਦੇ ਚਾਦਰੇ ਧੋਣ ਗਏ ਜੀ। ਹੁਣ ਮਹਾਰਾਜ ਤਿਆਰੀ ਕਰਾ ਰਹੇ ਜੀ ਸਾਰੀ। ਹਾਂਜੀ, ਵਹਿਰ ਪਖਾਰੇ ਜਲ ਕੇ ਸਾਥਾ। ਬਾਹਰ ਗਏ, ਪਾਣੀ ਨਾਲ ਮਹਾਰਾਜ ਦੇ ਚਾਦਰੇ ਧੋਤੇ ਜੀ। ਹਾਂਜੀ, ਨੀਕੇ ਬਿਮਲ ਪ੍ਰੇਮ ਉਰ ਧਾਰੇ। ਐ ਸਾਫ਼ ਕੀਤੇ ਬੜੇ ਪਿਆਰ ਨਾਲ। ਹਾਂਜੀ, ਆਤਪ ਸੰਗ ਸੁਕਾਏ ਸਵਾਰੇ। ਫਿਰ ਧੁੱਪ ਨਾਲ ਸੁਕਾ ਕੇ ਸਵਾਰ ਕੇ ਲੇਕਰ ਆਇਓ ਜਬੈ ਸਮੀਪਾ। ਤੇ ਮਹਾਰਾਜ ਦੇ ਕੋਲ ਲੈ ਕੇ ਆਏ ਚਾਦਰੇ ਜੀ। ਇਹ ਮਹਾਰਾਜ ਨੇ ਪਹਿਲਾਂ ਹੀ ਆਪਣੇ ਚਾਦਰੇ
ਤਿਆਰ ਕਰਵਾਲੇ ਗੁਰੂ ਨਾਨਕ ਸਾਹਿਬ ਜੀ ਨੇ। ਹਾਂਜੀ, ਪਿਖ ਬੋਲੇ ਬੇਦੀ ਕੁਲ ਦੀਪਾ। ਜਦੋਂ ਭਾਈ ਸਧਾਰਨ ਜੀ ਚਾਦਰੇ ਲੈ ਆਏ ਨਾ, ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਭਾਈ ਸਧਾਰਨ ਜੀ ਨੂੰ ਇੰਝ ਕਹਿਣ ਲੱਗੇ। ਹਾਂਜੀ, ਇਨਕੋ ਰਾਖੋ ਅੰਤਰ ਠੌਰੀ। ਮਹਾਰਾਜ ਕਹਿੰਦੇ ਹੁਣ ਇਹਨਾਂ ਨੂੰ ਸਾਂਭ ਕੇ ਰੱਖ ਲੈ। ਕਿਉਂ? ਕਿਉਂਕਿ ਮਹਾਰਾਜ ਨੂੰ ਪਤਾ ਜਦੋਂ ਸਰੀਰ ਤਿਆਗਣਾ ਤੇ ਇਹ ਚਾਦਰੇ ਲੈਣੇ ਆ ਉੱਤੇ। ਮਹਾਰਾਜ ਕਹਿਣ ਲੱਗੇ ਹੁਣ ਇਹਨਾਂ ਨੂੰ ਸਾਂਭ ਕੇ ਰੱਖ ਲਾ। ਹਾਂਜੀ, ਸਰਬ ਸਦਨ ਕੋ ਲਿੰਬ ਬਹੋਰੀ। ਤੇ ਸਾਡੇ ਘਰ ਦੇ ਅੰਦਰ ਲਿੰਬ ਪੋਚਾ ਫੇਰ ਦਿਓ, ਮਹਾਰਾਜ ਕਹਿਣ ਲੱਗੇ। ਹਾਂਜੀ, ਉਪਰ ਤਰੇ ਸਵੱਚ ਕੋ ਕਰੀਏ। ਤੇ ਹੇਠਾਂ ਉੱਪਰ ਸਾਰੇ ਚੰਗੀ ਤਰ੍ਹਾਂ ਸਫਾਈ ਕਰੋ, ਮਹਾਰਾਜ ਕਹਿਣ ਲੱਗੇ। ਹਾਂਜੀ, ਦਿਨ ਰਹਿ ਥੋਰ ਬਿਲੰਬ ਪਰ ਹਰੀਏ। ਤੇ ਨਾਲ ਮਹਾਰਾਜ ਕਹਿਣ ਲੱਗੇ ਦਿਨ ਥੋੜਾ ਰਹਿ ਗਿਆ, ਛੇਤੀ ਰਾਤ ਪੈ ਜਾਣੀ ਹੈ, ਤੇ ਇਸ ਕਰਕੇ ਛੇਤੀ ਛੇਤੀ ਪੋਚਾ ਫੇਰ ਲਓ, ਮਹਾਰਾਜ ਕਹਿਣ ਲੱਗੇ। ਹਾਂਜੀ, ਸੁਨ ਆਇਸ ਗਮਨਿਓ ਤਹਿ ਥਾਈ। ਸੁਣ ਕੇ ਆਗਿਆ ਤੇ ਭਾਈ ਸਧਾਰਨ ਜੀ ਫਟਾਫਟ ਉੱਥੇ ਗਏ ਜੀ। ਹਾਂਜੀ, ਨਿਸਮਹਿ ਟਿਕਹੀ ਜਹਾਂ ਗੁਸਾਈ। ਜਿੱਥੇ ਰਾਤ ਮਹਾਰਾਜ ਦਾ ਆਸਣ ਹੁੰਦਾ ਜੀ, ਉਸ ਕਮਰੇ ਵਿੱਚ ਸੱਚੇ ਪਾਤਸ਼ਾਹ ਜੀ ਦੇ ਭਾਈ ਸਧਾਰਨ ਜੀ ਗਏ ਜੀ। ਹਾਂਜੀ, ਅਧਿਕ ਪ੍ਰੀਤ ਔਰ ਬਹੁ ਕਰ ਦੀਨਾ। ਬੜੀ ਪ੍ਰੀਤ ਦੇ ਨਾਲ ਬਹੁਕਰ ਦੀਨਾ ਇਹ ਝਾੜੂ ਫੇਰਿਆ ਜੀ ਉਸ ਕਮਰੇ ਵਿੱਚ। ਹਾਂਜੀ, ਸਰਬ ਸਦਨ ਪੁਨ ਲੀਪਨ ਕੀਨਾ। ਫੇਰ ਉੱਥੇ ਪੋਚਾ ਫੇਰਿਆ ਜੀ, ਜਿਹੜਾ ਪੁਰਾਣੇ ਸਮੇਂ 'ਚ ਪੋਚਾ ਫੇਰਦਾ ਸੀਗਾ ਜੀ। ਹਾਂਜੀ, ਊਰਦ ਤਰੈ ਸਵੱਚ ਕਰ ਸਾਰੇ। ਗਇਓ ਬਹੁਰ ਜਹ ਮੋਖ ਉਦਾਰੇ। ਤੇ ਸਾਰੀ ਚੰਗੀ ਤਰ੍ਹਾਂ ਥਾਂ ਦੀ ਸਫਾਈ ਕੀਤੀ ਜੀ, ਤੇ ਸਫਾਈ ਕਰਕੇ ਉੱਥੇ ਆਏ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੈਠੇ ਆ। ਹਨ, ਹੱਥ ਜੋੜ ਕੇ ਬਚਨ ਬਖਾਨਾ। ਭਾਈ ਸਧਾਰਨ ਜੀ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਕਹਿ ਰਹੇ ਆ। ਹਾਂ, ਘਰ ਬਿਲੋਕ ਲਿਓ ਕਿਰਪਾ ਨਿਧਾਨਾ। ਹੇ ਕਿਰਪਾ ਨਿਧਾਨ ਸੱਚੇ ਪਾਤਸ਼ਾਹ, ਮਹਾਰਾਜ ਆਪ ਘਰ ਵੇਖ ਲੋ। ਹਾਂਜੀ, ਹਵੈ ਜੇ ਨੂਨਤਾ ਤਿਹ ਮਹਿ ਕਹਿਵਾ। ਜਿੱਥੇ ਮਹਾਰਾਜ ਕੋਈ ਕਸਰ ਰਹਿ ਗਈ, ਨੂਨਤਾ ਕੋਈ ਕਮੀ ਰਹਿ ਗਈ ਹੈ। ਹਾਂਜੀ, ਦੇਹੋ ਬਤਾਏ ਸੁਧਾਰੋ ਤਹਿਵਾ। ਮਹਾਰਾਜ ਮੈਨੂੰ ਦੱਸੋ ਮੈਂ ਸੁਧਾਰਾਂ, ਉਹ ਕਮੀ ਦੂਰ ਕਰਾਂ ਸੱਚੇ ਪਾਤਸ਼ਾਹ। ਹਾਂਜੀ, ਸੁਨ ਕਰ ਉਠੇ ਕਿਰਪਾਲ ਬਿਸਾਲਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾਲੂ ਸਤਿਗੁਰੂ ਮਹਾਰਾਜ ਇਹ ਗੱਲ ਸੁਣ ਕੇ ਉੱਠੇ ਜੀ। ਹਾਂਜੀ, ਰੁਚਿਰ ਬਨਾਈ ਪਿਖ ਧਰਮਸ਼ਾਲਾ। ਮਹਾਰਾਜ ਨੇ ਵੇਖਿਆ ਵੀ ਵਾਕਈ ਬੜਾ ਅੰਦਰੋਂ ਸਾਫ ਸੁਥਰੀ ਧਰਮਸ਼ਾਲਾ ਕਰ ਦਿੱਤੀ, ਸਾਰੀ ਬਣ ਗਈ। ਮਹਾਰਾਜ ਨੇ ਵੇਖਿਆ ਜੀ ਆਪ। ਹਾਂਜੀ, ਖੁਸ਼ੀ ਸਧਾਰਨ ਪਰ ਬਹੁ ਕਰਕੇ। ਤੇ ਹੁਣ ਸੁਣਿਓ, ਇਹ ਬੜੀ ਕੀਮਤੀ ਸੇਵਾ ਸੀਗੀ ਜੀ ਜਿਹੜੀ ਭਾਈ ਸਧਾਰਨ ਜੀ ਨੇ ਕੀਤੀ। ਮਹਾਰਾਜ ਨੇ ਭਾਈ ਸਧਾਰਨ ਜੀ ਤੇ ਫਿਰ ਖੂਬ ਖੁਸ਼ੀ ਕੀਤੀ ਜੀ। ਮਹਾਰਾਜ ਖੁਸ਼ ਹੋਏ ਜੀ, ਤੇ ਖੁਸ਼ ਹੋ ਕੇ ਨਾ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ, ਕੀ ਦਿੱਤਾ ਭਾਈ ਸਧਾਰਨ ਜੀ ਨੂੰ, ਉਹ ਸੁਣੋ। ਜਦੋਂ ਆਪਾਂ ਖੁਸ਼ ਹੁੰਨੇ ਆ ਕਿਸੇ ਨੂੰ ਕੋਈ ਵਸਤੂ ਦਿੰਦੇ ਆ, ਤੇ ਜਦੋਂ ਮੇਰੇ ਗੁਰੂ ਨਾਨਕ ਸਾਹਿਬ ਖੁਸ਼ ਹੁੰਦੇ ਆ ਤੇ ਮੇਰੇ ਗੁਰੂ ਨਾਨਕ ਸਾਹਿਬ ਕੀ ਦਿੰਦੇ ਉਹ ਸੁਣੋ। ਹਾਂਜੀ, ਆਤਮ ਗਿਆਨ ਦੀਨ ਪ੍ਰਮ ਹਰ ਕੈ। ਮਹਾਰਾਜ ਨੇ ਕਿਰਪਾ ਕੀਤੀ ਤੇ ਬ੍ਰਹਮ ਗਿਆਨ ਦੇ ਦਿੱਤਾ ਜੀ, ਆਤਮ ਗਿਆਨ ਦਿੱਤਾ। ਸਾਧ ਸੰਗਤ ਜੀ ਭਰਮ ਦੂਰ ਕਰ ਦਿੱਤੇ ਹਿਰਦੇ ਦੇ। ਹਾਂਜੀ, ਆਏ ਪੁੰਨ ਚਲ ਦਲ ਕੀ ਛਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਆਪ ਫਿਰ ਉਹ ਭਾਈ ਜੀ ਨੂੰ ਆਤਮ ਗਿਆਨ ਬਖਸ਼ਿਸ਼ ਕਰਕੇ ਤੇ ਸੱਚੇ ਪਾਤਸ਼ਾਹ ਜੀ ਉਸ ਥਾਂ ਤੇ ਆ ਗਏ ਜਿੱਥੇ ਪਿੱਪਲ ਦੇ ਰੁੱਖ ਹੇਠਾਂ ਗੁਰੂ ਨਾਨਕ ਸਾਹਿਬ ਜੀ ਬੈਠਦੇ ਆ। ਹਾਂਜੀ, ਬੈਠੇ ਸਿੱਖਨ ਸਭਾ ਸੁਹਾਈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਦੇ ਵਿੱਚ ਆ ਕੇ ਬੈਠ ਗਏ, ਸੰਗਤ ਦੇ ਵਿੱਚ ਆ ਕੇ ਬੈਠ ਗਏ। ਹਾਂਜੀ, ਪੜ੍ਹੋ। ਹੋਤ ਕੀਰਤਨ ਨਾਮ ਪ੍ਰਤਾਪਾ। ਉੱਥੇ ਕੀਰਤਨ ਹੋ ਰਿਹਾ ਸੀ, ਕਿਸੇ ਨੂੰ ਨਹੀਂ ਪਤਾ ਗੁਰੂ ਨਾਨਕ ਸਾਹਿਬ ਨੇ ਸਰੀਰ ਤਿਆਗ ਦੇਣਾ, ਇੰਨੀ ਛੇਤੀ ਤਿਆਗ ਦੇਣਾ ਜੀ। ਸੰਗਤਾਂ ਬੜੇ ਪਿਆਰ ਨਾਲ ਕੀਰਤਨ ਸੁਣ ਰਹੀਆਂ ਸਨ। ਹਾਂਜੀ, ਜਿਹ ਸੁਨ ਮਿਟਹੀ ਤੀਨੋ ਤਾਪਾ। ਜਿਸ ਕੀਰਤਨ ਨੂੰ ਸੁਣ ਕੇ ਆਦ ਵਿਆਦ ਤੇ ਉਪਾਦ ਦੂਰ ਹੋ ਜਾਂਦੇ ਆ। ਸੰਗਤਾਂ ਕੀਰਤਨ ਸੁਣ ਰਹੀਆਂ। ਦੋਹਰਾ
ਨਿਤ ਪ੍ਰਤ ਜਿਵ ਵਿਵਹਾਰ ਹੈ, ਤੈਸੇ ਚਲਿਓ ਸੋ ਜਾਏ। ਜਿਸ ਤਰੀਕੇ ਦਾ ਵਿਵਹਾਰ ਹੈ ਰੋਜ਼ ਚੱਲਦਾ, ਜੋ ਮਰਿਆਦਾ ਰੋਜ਼ ਦੀ ਉਹ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋ ਰਹੀ ਹੈ ਜੀ। ਹਾਂਜੀ। ਸਵਾ ਜਾਮ ਨਿਛ ਰਹੇ ਤੇ ਬੈਠੇ ਸ੍ਰੀ ਗੁਰ ਨਾਏ। ਉਸੇ ਤਰ੍ਹਾਂ ਕੀਰਤਨ ਹੋਇਆ, ਰਾਤ ਦਾ ਲੰਗਰ ਹੋਇਆ, ਸਾਰਿਆਂ ਨੇ ਆਰਾਮ ਕੀਤਾ। ਅੰਮ੍ਰਿਤ ਵੇਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਉੱਠੇ, ਜਾਗੇ। ਹਾਂਜੀ। ਚੌਪਈ ਤਬ ਤੇ ਹੋਤ ਕੀਰਤਨ ਭਾਰੀ। ਉਸ ਦਿਨ ਬੜਾ ਪ੍ਰੇਮ ਨਾਲ ਗੁਰੂ ਕੇ ਕੀਰਤਨੀਆਂ ਨੇ ਕੀਰਤਨ ਕੀਤਾ। ਹਾਂਜੀ। ਮ੍ਰਿਦੁਲ ਮਧੁਰ ਤੁਨ ਰਾਗ ਮਝਾਰੀ। ਆਸਾ ਰਾਗ ਦੇ ਵਿੱਚ ਗੁਰੂ ਕੇ ਪਿਆਰਿਆਂ ਨੇ ਬਹੁਤੇ ਹੀ ਪ੍ਰੇਮ ਨਾਲ ਕੀਰਤਨ ਕੀਤਾ। ਪੁੰਨ ਜਪ ਤਪ ਹੈ ਗਿਆਨ ਸੋ ਧਿਆਨਾ। ਜਪ ਤਪ ਹੋਇਆ, ਗਿਆਨ ਧਿਆਨ ਦੇ ਬਚਨ ਚੱਲੇ ਜੀ ਉੱਥੇ। ਹਾਂਜੀ। ਬੈਠੇ ਸਿੱਖ ਕਰਹਿ ਪਲ ਗਾਨਾ। ਜਪੀ ਤਪੀ ਹਠੀ ਗਿਆਨੀ ਧਿਆਨੀ ਸਿੱਖ ਬੈਠੇ ਕੀਰਤਨ ਗਾ ਰਹੇ ਤੇ ਸੁਣ ਰਹੇ ਜੀ। ਅੱਜ ਵਰਗੇ ਨਹੀਂ ਸੀਗੇ ਫਾਰਮੈਲਟਡ, ਬੜੇ ਬੜੇ ਜਪੀ ਤਪੀ ਸਿੱਖ ਸਨ ਜੀ ਸਾਰੇ। ਹਾਂਜੀ। ਬਾਦਿਤ ਤਾਰ ਬਜਾਵਹਿ ਪਾਨਾ। ਹਾਂਜੀ। ਹਵੈ ਆਨੰਦ ਉਤਸਵ ਬਿਦ ਨਾਨਾ। ਸਾਰੇ ਪਾਸੇ ਆਨੰਦ ਹੋ ਰਿਹਾ, ਪਰ ਕਿਸੇ ਨੂੰ ਪਤਾ ਨਹੀਂ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਸਰੀਰ ਤਿਆਗਣ ਦੀ ਤਿਆਰੀ ਕਰ ਲਈ ਹੈ। ਨਾ ਮਹਾਰਾਜ ਨੇ ਇਸ ਬਚਨ ਦੀ ਸਾਂਝ ਪਾਈ ਸੀ ਕਿਸੇ ਨਾਲ, ਗੁਰੂ ਨਾਨਕ ਸਾਹਿਬ ਜੀ ਦੇ ਨਾਲ। ਸੋ ਇਸ ਤਰੀਕੇ ਨਾਲ ਮਹਾਰਾਜ ਨੇ ਆਪਣੇ ਸਰੀਰ ਤਿਆਗਣ ਦੀ ਤਿਆਰੀ ਕਰਾ ਲਈ। ਅਤੇ ਅੱਗੋਂ ਫਿਰ ਜਿਵੇਂ ਮਹਾਰਾਜ ਸਰੀਰ ਤਿਆਗਦੇ ਹੈ, ਭਾਣਾ ਵਰਤਾਉਂਦੇ ਹੈ, ਜੋਤ ਵਿੱਚ ਜੋਤ ਰਲਦੀ ਹੈ, ਉਹ ਸਾਧ ਸੰਗਤ ਜੀ ਆਪਾਂ ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ। ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਹੈ, ਸ਼ਹੀਦੀ ਦਿਹਾੜੇ ਆ ਰਹੇ ਹੈ। 6 ਜੂਨ ਨੂੰ ਸਿੰਘਾਂ ਦਾ ਸ਼ਹੀਦੀ ਦਿਹਾੜਾ ਹੈ। ਬੜੀਆਂ ਬੇਅੰਤ ਸੰਗਤਾਂ ਜਿਨ੍ਹਾਂ ਨੂੰ ਹਰਿਮੰਦਰ ਸਾਹਿਬ ਵਿਖੇ ਨਿਰਦੋਸ਼ ਪ੍ਰਾਣੀਆਂ ਉੱਤੇ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਗਿਆ, ਉਹ ਸ਼ਹੀਦੀ ਦਿਹਾੜੇ ਆ ਰਹੇ ਹੈ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਵਿਦੇਸ਼ ਦੀਆਂ ਸੰਗਤਾਂ ਨੂੰ, ਇਸ ਦੇਸ਼ ਦੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਬਾਣੀ ਪੜ੍ਹੋ, ਸਿਮਰਨ ਕਰੋ, ਭਜਨ ਕਰੋ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਉਹਨਾਂ ਦਾ ਜਨਮ ਮਰਨ ਕੱਟਿਆ ਗਿਆ ਜਿਹੜੇ ਹਰਿਮੰਦਰ ਸਾਹਿਬ ਵਿੱਚ ਸ਼ਹੀਦ ਹੋਏ, ਜਿਨ੍ਹਾਂ ਨੂੰ ਸੱਚਖੰਡ ਵਿਖੇ ਸ਼ਹੀਦੀ ਪ੍ਰਾਪਤ ਹੋਈ। ਸੋ ਸ਼ਹੀਦੀ ਦਿਹਾੜੇ ਵੀ ਆ ਰਹੇ ਹੈ। ਮਹਾਰਾਜ ਕਿਰਪਾ ਕਰਨ, ਉਹਦੀ ਵੀ ਨਾਲ ਨਾਲ ਵਿਚਾਰ ਆਪਾਂ ਕਰਾਂਗੇ। ਅਤੇ ਇੱਧਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਸਰੀਰ ਤਿਆਗਣ ਦੀ ਤਿਆਰੀ ਕਰ ਰਹੇ ਹਨ। ਅੱਗੋਂ ਫਿਰ ਜਿਵੇਂ ਸਰੀਰ ਤਿਆਗਦੇ ਆ ਉਹ ਪ੍ਰਸੰਗ ਆਪਾਂ ਸਾਧ ਸੰਗਤ ਜੀ ਕੱਲ੍ਹ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ।